ਅੱਜ ਦੀ ਕਲਾਸ ਸਟਾਰਟ ਕਰਦੇ ਆਪਾਂ। ਐਵੀਡੈਂਸਸ ਆਫ ਆਰਗੈਨਿਕ ਐਵੋਲੂਸ਼ਨ। ਆਰਗੈਨਿਕ ਐਵੋਲੂਸ਼ਨ ਦੇ ਜੋ ਐਵੀਡੈਂਸਸ ਮਿਲੇ ਆ ਉਹ ਨੀਚੇ ਲਿਖ ਆਪਣੇ ਕੋਲ ਗਿਵਨ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪਲੇਓਂਟੋਲੋਜੀਕਲ ਐਵੀਡੈਂਸ। ਪਲੇਓਂਟੋਲੋਜੀਕਲ ਦੇ ਵਿੱਚ ਕੀ ਹੋਏਗਾ, ਜੋ ਵੀ ਪਹਿਲਾਂ ਅਰਥ ਤੇ ਰਹਿ ਚੁੱਕੇ ਆਰਗੇਨਿਜ਼ਮ ਹੈ ਉਹਨਾਂ ਦੇ ਜੋ ਰਿਮੇਨਸ ਅੱਜ ਵੀ ਮਿਲ ਰਹੇ ਆ, ਤਾਂ ਉਹਨਾਂ ਸਭ ਤੋਂ ਜੋ ਆਪਾਂ ਨੂੰ ਪਤਾ ਚੱਲ ਰਿਹਾ ਆਰਗੈਨਿਕ ਐਵੋਲੂਸ਼ਨ ਦਾ ਕਿ ਪਹਿਲਾਂ ਆਰਗੇਨਿਜ਼ਮ ਕਿੱਦਾਂ ਦੇ ਰਹੇ ਹੋਣਗੇ, ਤਾਂ ਇਹ ਸਭ ਕੁਝ ਆਪਾਂ ਪਲੇਓਂਟੋਲੋਜੀਕਲ ਐਵੀਡੈਂਸ ਦੇ ਬੇਸ ਤੇ ਆਪਾਂ ਗੱਲ ਕਰਾਂਗੇ। ਔਰ ਸਟਿਲ ਅਜੇ ਵੀ ਨਵੇਂ ਆਰਗੇਨਿਜ਼ਮ ਦੇ ਜਿਹੜੇ ਬੋਡੀ ਪਾਰਟਸ ਆ ਉਹ ਅਜੇ ਵੀ ਮਿਲ ਰਹੇ ਆ। ਤਾਂ ਨੈਕਸਟ ਆਪਾਂ ਗੱਲ ਕਰਾਂਗੇ ਮੋਰਫੋਲੋਜੀਕਲ ਐਂਡ ਐਨਾਟੋਮਿਕਲੀ ਐਵੀਡੈਂਸ। ਇਹਦੇ 'ਚ ਹੋਏਗਾ ਕਿ ਜੋ ਮੋਰਫੋਲੋਜੀਕਲ ਕੁਝ ਆਰਗੇਨਿਜ਼ਮ ਤੇ ਕੀ ਹੁੰਦਾ ਕਿ ਜੋ ਆਰਗਨਸ ਹੈ ਉਹਨਾਂ ਦੀ ਫੋਰਮੇਸ਼ਨ ਸੇਮ ਰੀਜਨ ਤੋਂ ਹੁੰਦੀ, ਲੇਕਿਨ ਉਹਨਾਂ ਦੇ ਕੰਮ ਕੀ ਹੁੰਦੇ ਡਿਫਰੈਂਟ ਹੁੰਦੇ ਆ। ਤਾਂ ਔਰ ਕਈ ਇਦਾਂ ਦੇ ਆਰਗਨ ਹੋਣਗੇ, ਆਰਗਨ ਕੀ ਹੋਣਗੇ ਓਰੀਜਨ ਸੇਮ, ਓਰੀਜਨ ਕੀ ਹੋਏਗਾ ਸੇਮ, ਲੇਕਿਨ ਉਹਨਾਂ ਦੇ ਵਰਕ ਜਿਹੜੇ ਹੋਣਗੇ ਵਰਕ ਮੇ ਬੀ ਸੇਮ ਔਰ ਡਿਫਰੈਂਟ। ਇੱਥੇ ਓਰੀਜਨ ਸੇਮ ਤੋਂ ਕੀ ਆਪਾਂ ਕਹਿ ਸਕਦੇ ਆ ਕਿ ਜਿੱਥੋਂ ਉਸ ਆਰਗਨ ਦਾ ਪਾਰਟਿਕੂਲਰ ਆਰਗਨ ਦੇ ਜੋ ਓਰੀਜਨ ਹੋਇਆ ਉਹਨਾਂ ਦੇ ਵਰਕ ਵੀ ਤਾਂ ਸੇਮ ਹੋਣੇ ਚਾਹੀਦੇ ਸੀ, ਲੇਕਿਨ ਕੀ ਆ ਅਡੈਪਟੇਸ਼ਨ ਐਵੋਲੂਸ਼ਨ ਦੇ ਕਾਰਨ ਉਹਨਾਂ ਆਰਗਨਸ ਦਾ ਜਿਹੜਾ ਵਰਕ ਆ ਉਹ ਡਿਫਰੈਂਟ ਹੁੰਦਾ ਗਿਆ ਅਕੋਰਡਿੰਗ ਟੂ ਦੇਅਰ ਨੀਡਸ। ਜਿਵੇਂ ਦੇ ਉਹਨਾਂ ਦੇ ਨੀਡ ਸੀ ਉਸ ਤਰ੍ਹਾਂ ਉਹਨਾਂ ਦੇ ਜਿਹੜੇ ਆਰਗਨ ਆ ਉਸਨੇ ਆਪਣੇ ਆਪ ਨੂੰ ਚੇਂਜ ਕਰਤੇ ਗਏ। ਅਗਰ ਕਈ ਇਦਾਂ ਦੇ ਆਰਗਨ ਹੋਣਗੇ ਜਿਨ੍ਹਾਂ ਦੇ ਵਿੱਚ ਕੀ ਆ ਓਰੀਜਨ ਤਾਂ ਸੇਮ ਹੋਏਗਾ ਲੇਕਿਨ ਵਰਕ ਕੀ ਹੋਏਗਾ ਡਿਫਰੈਂਟ, ਜਿਹਨੂੰ ਆਪਾਂ ਹੋਮੋਲੋਗਸ ਕਹਿੰਦੇ ਆ। ਹੋਮੋਲੋਗਸ ਵਿੱਚ ਕੀ ਹੋਏਗਾ ਆਰਗਨ ਕੀ ਹੈਗਾ ਆਰਗਨ ਰੀਜਨ ਸੇਮ, ਵਰਕ ਮੇ ਬੀ ਸੇਮ ਔਰ ਡਿਫਰੈਂਟ। ਤਾਂ ਇਹਦੇ ਚ ਆਪਣੇ ਕੋਲ ਆਏਗੇ ਇਹ ਵਾਲੇ ਕਿਹੜੇ ਹੋਣਗੇ ਹੋਮੋਲੋਗਸ, ਹੋਮੋਲੋਗਸ ਆਰਗਨ। ਹੋਮੋਲੋਗਸ ਆਰਗਨ ਦੇ ਵਿੱਚ ਇਹ ਵਾਲੀ ਚੀਜ਼ ਹੋਏਗੀ ਕਿ ਉਹਨਾਂ ਦਾ ਓਰੀਜਨ ਸੇਮ ਹੈ ਬਟ ਦੇ ਹੈਵ ਅ ਡਿਫਰੈਂਟ ਵਰਕ। ਔਰ ਇਦਾਂ ਹੀ ਸੈਕਿੰਡ ਆਪਣੇ ਕੋਲ ਹੋ ਜਾਏਗਾ ਐਨਾਲੋਗਸ। ਐਨਾਲੋਗਸ ਦੇ ਵਿੱਚ ਕੀ ਆ ਓਰੀਜਨ ਡਿਫਰੈਂਟ, ਓਰੀਜਨ ਡਿਫਰੈਂਟ ਬਟ ਸੇਮ ਵਰਕ। ਉਹਨਾਂ ਦੇ ਜੋ ਕੰਮ ਕਰਨਾ ਉਹ ਸੇਮ ਕਰ ਰਹੇ, ਲੇਕਿਨ ਉਹਨਾਂ ਦੇ ਜੋ ਓਰੀਜਨ ਹੈਗੇ ਆ ਜਿੱਥੋਂ ਉਹ ਪਾਰਟਿਕੂਲਰ ਆਰਗਨ ਜਿਹੜੇ ਹੈਗੇ ਆ ਓਰੀਜਨੇਟ ਹੋਏ ਆ ਉਹਨਾਂ ਦਾ ਜੋ ਓਰੀਜਨ ਹੈ ਉਹ ਡਿਫਰੈਂਟ ਹੈ, ਲੇਕਿਨ ਉਹਨਾਂ ਦੇ ਵਰਕ ਕੀ ਹੈ ਸੇਮ। ਇਹਦੇ ਆਪਾਂ ਐਗਜ਼ਾਮਪਲ ਕਰਾਂਗੇ ਤਾਂ ਕੁਐਸਚਨ ਆ ਜਾਂਦਾ ਹੁੰਦਾ ਐਨਾਲੋਗਸ ਆਰਗਨ ਕਿਹੜੇ ਹੈ, ਆਪਾਂ ਨੂੰ ਦੇ ਰੱਖੇ ਹੋਣਗੇ ਚਾਰ ਆਪਸ਼ਨ, ਜਾਂ ਫਿਰ ਆਪਾਂ ਹੋਮੋਲੋਗਸ ਆਰਗਨ ਪੁੱਛ ਸਕਦੇ ਹਾਂ। ਤਾਂ ਇਹ ਪੂਰੀ ਡਿਟੇਲ ਦੇ ਵਿੱਚ ਆਪਾਂ ਕਰਾਂਗੇ, ਇਹਨਾਂ ਦੇ ਐਗਜ਼ਾਮਪਲਾਂ ਵੀ ਦੇ ਰੱਖੀਆਂ। ਐਵੀਡੈਂਸ ਆਫ ਵੈਸਟੀਜੀਅਲ ਆਰਗਨ। ਐਵੀਡੈਂਸ ਆਫ ਵੈਸਟੀਜੀਅਲ ਆਰਗਨ ਕਿਹੜੇ ਆ ਕਿ ਜੋ ਅਜੇ ਵੀ ਕਿਸੇ ਪਾਰਟਿਕੂਲਰ ਆਰਗਨ ਦੇ ਵਿੱਚ ਮੌਜੂਦ ਹੈ ਲੇਕਿਨ ਉਹਨਾਂ ਦਾ ਕੰਮ ਨਹੀਂ ਹੈ। ਜਿੱਦਾਂ ਜਿੱਦਾਂ ਐਵੋਲੂਸ਼ਨ ਹੋਈ ਉਹਨਾਂ ਦੀ ਨੀਡ ਕੀ ਹੋ ਗਈ, ਨੀਡ ਰਿਡਿਊਸ ਹੁੰਦੇ ਹੁੰਦੇ ਬਿਲਕੁਲ ਕੀ ਹੋ ਗਈ ਖਤਮ ਹੋ ਗਈ, ਤੇ ਲੇਕਿਨ ਉਹ ਆਰਗਨ ਸਟਿਲ ਆਪਣੇ ਬੋਡੀ ਦੇ ਵਿੱਚ ਹੈ ਜਾਂ ਕਿਸੇ ਹੋਰ ਆਰਗੇਨਿਜ਼ਮ ਦੇ ਵਿੱਚ ਮਿਲਦੇ ਆਪਾਂ ਨੂੰ, ਤਾਂ ਉਹ ਕਿਹੜੇ ਵਾਲੇ ਆ ਵੈਸਟੀਜੀਅਲ ਆਰਗਨ। ਵੈਸਟੀਜੀਅਲ ਆਰਗਨ ਆਪਣੇ ਬੋਡੀ ਦੇ ਵਿੱਚ ਜਿੱਦਾਂ ਅਪੈਂਡਿਕਸ ਹੈ, ਵਰਮੀ ਅਪੈਂਡਿਕਸ, ਵਰਮੀ ਅਪੈਂਡਿਕਸ, ਵਰਮੀ ਅਪੈਂਡਿਕਸ ਲਾਰਜ ਇੰਟੈਸਟਾਈਨ ਦੇ ਜੋ ਲਾਸਟ ਵਾਲਾ ਪੋਰਸ਼ਨ ਹੈ ਉੱਥੇ ਆਪਾਂ ਨੂੰ ਦੇਖਣ ਨੂੰ ਮਿਲੇਗੀ ਲਾਰਜ ਅਪੈਂਡਿਕਸ। ਇਹ ਵੀ ਇੱਕ ਤਰ੍ਹਾਂ ਦਾ ਵੈਸਟੀਜੀਅਲ ਆਰਗਨ ਹੈ। ਮੇਲ ਦੇ ਵਿੱਚ ਨਿਪਲਸ ਜਿਹੜੀਆਂ, ਨਿਪਲਸ ਇਨ ਮੇਲ, ਨਿਪਲਸ ਇਨ ਮੇਲ, ਮੇਲ ਦੇ ਵਿੱਚ ਜੋ ਨਿਪਲਸ ਆਉਂਦੀਆਂ ਉਹ ਵੀ ਵੈਸਟੀਜੀਅਲ ਆਰਗਨ ਦਾ ਹੀ ਇੱਕ ਪਾਰਟ ਹੈ। ਤਾਂ ਇਹ ਹੋਰ ਵੀ ਬਹੁਤ ਸਾਰੇ ਹਿਊਮਨ ਬੋਡੀ ਦੇ ਅੰਦਰ 180 ਅਪਰੋਕਸੀਮੇਟ ਵੈਸਟੀਜੀਅਲ ਆਰਗਨ ਹੈ ਜੋ ਸਟਿਲ ਮੌਜੂਦ ਹੈ ਲੇਕਿਨ ਉਹਨਾਂ ਦੀ ਵਰਕਿੰਗ ਨਹੀਂ ਹੈ। ਜਿੱਦਾਂ ਕੈਨਾਈਨ ਟੀਥ ਹੈ ਆਪਣੇ ਕੋਲ,
ਕਨਾਈਨ ਟਿਥ। ਕਨਾਈਨ ਟਿਥ ਵੀ ਆਪਣੇ ਕੀ ਹੈ, ਐਵੋਲਿਊਸ਼ਨ ਦਾ ਹੀ ਪਾਰਟ ਹੈ, ਔਰ ਇਹ ਸਟਿਲ ਆਪਣੇ ਚ ਪ੍ਰੈਜ਼ੈਂਟ ਹੈ। ਇਹ ਆਪਣੇ ਉੱਦਾਂ ਦੇ ਹੈ ਜਿਵੇਂ ਕਿਸੇ ਓਮਨੀਵਰ ਦੇ ਵਿੱਚ ਆਪਾਂ ਦੇਖਦੇ ਹਾਂ। ਓਮਨੀਵਰ ਹੋ ਗਿਆ ਜਿਹਦੇ ਵਿੱਚ ਕੀ ਹੈ ਕਿ ਅਗਰ ਕੋਈ ਚੀਜ਼ ਮਾਸ ਨੂੰ ਖਾ ਰਹੀ, ਕੱਚੇ ਮਾਸ ਨੂੰ ਚਬਾਉਂਦੀ, ਤਾਂ ਉਹਨਾਂ ਦੇ ਜੋ ਕਨਾਈਨ ਟੀਥ ਹੁੰਦੇ ਬਹੁਤ ਤੇਜ਼ ਹੁੰਦੇ ਆ। ਤਾਂ ਸਟਿਲ ਹਿਊਮਨ ਦੇ ਵਿੱਚ ਕਨਾਈਨ ਟੀਥ ਉਦਾਂ ਦੇ ਹੀ ਆ ਜਿਵੇਂ ਕਿਸੇ ਜਾਨਵਰ ਦੇ ਵਿੱਚ ਹੁੰਦੇ ਆ, ਬਹੁਤ ਤਿੱਖੇ ਵਾਲੇ, ਜਿਵੇਂ ਸ਼ੇਰ ਹੋ ਗਿਆ, ਟਾਈਗਰ ਹੋ ਗਿਆ। ਇਹਨਾਂ ਦੇ ਵਿੱਚ ਕਿਹੜੇ ਹੁੰਦੇ ਆ, ਕਨਾਈਨ ਟੀਥ ਬਹੁਤ ਸ਼ਾਰਪ ਹੁੰਦੇ ਆ। ਸ਼ਾਰਪ ਹੋਣ ਦਾ ਕਾਰਨ ਇਹ ਹੁੰਦਾ ਕਿ ਉਹਨਾਂ ਨੇ ਜੋ ਫਲੈਸ਼ ਹੈ ਕਿਸੇ ਵੀ ਔਰਗਨ ਦੀ ਜਾਂ ਆਪਾਂ ਕਿਸੇ ਆਰਗੇਨਿਜ਼ਮ ਦੀ, ਉਸਨੂੰ ਖਿੱਚਣ ਦੇ ਜਾਂ ਉਸਨੂੰ ਪਾੜਨ ਦੇ ਜਾਂ ਉਸਨੂੰ ਉਸਦੀ ਬੋਡੀ ਤੋਂ ਅਲੱਗ ਕਰਨ ਦੇ ਕੰਮ ਲੈਂਦੇ ਆ। ਤਾਂ ਉਹਦਾ ਕਨਾਈਨ ਟੀਥ ਹਿਊਮਨ ਬੋਡੀ ਦੇ ਵਿੱਚ ਅੱਜ ਵੀ ਪ੍ਰੈਜ਼ੈਂਟ ਹੈ। ਤੇ ਸਾਰੇ ਕਿਤੇ ਪਾਰਟ ਹੈਗੇ ਆ। ਇਹ ਕਿਹੜੇ ਵਾਲੇ ਆਰਗਨ ਹੈ, ਵੈਸਟੀਜੀਅਲ ਆਰਗਨ। ਹੋਰ ਵੀ ਬੋਡੀ ਦੇ ਵਿੱਚ ਹੋਣਗੇ, ਆਪਾਂ ਡਿਸਕਸ ਕਰਾਂਗੇ 1 ਬਾਏ 1 ਡਿਟੇਲ ਦੇ ਵਿੱਚ। ਨੈਕਸਟ ਹੈ ਆਪਣੇ ਕੋਲ ਐਵੀਡੈਂਸ ਫਰੋਮ ਕਨੈਕਟਿਵ ਲਿੰਕ। ਕਨੈਕਟਿੰਗ ਲਿੰਕਸ ਇਹ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਟੌਪਿਕ ਹੈ। ਇਸ ਦੇ ਵਿੱਚੋਂ ਇੱਕ ਕੁਐਸਚਨ ਪੁੱਛ ਲੈਂਦੇ ਆ, ਜਿੱਦਾਂ ਬਰਡਸ ਔਰ ਕ੍ਰੋਕੋਡਾਈਲ ਜਾਂ ਐਂਫੀਬੀਅਨ ਦੇ ਵਿੱਚ ਲਿੰਕ ਕਿਹੜੇ ਵਾਲਾ। ਤੇ ਇੱਕ ਐਦਾਂ ਦਾ ਇਨ ਬਿਟਵੀਨ ਇੱਕ ਆਰਗੇਨਿਜ਼ਮ ਹੋਏਗਾ ਜਿਹੜਾ ਕੀ ਆ, ਉਸ ਦੇ ਕਾਮਨ ਕਰੈਕਟਰ ਹੋਣਗੇ ਦੋ ਸਪੀਸੀਜ਼ ਦੇ ਵਿੱਚ। ਇਸ ਦੇ ਵਿੱਚ ਐਵੀਡੈਂਸ ਫਰੋਮ ਕਨੈਕਟਿੰਗ ਲਿੰਕ ਕੀ ਹੋਏਗਾ, ਆਰਗੇਨਿਜ਼ਮ have common character of two species ਦੇ ਕੀ ਹੋਣਗੇ, ਇਹਦੇ ਚ ਕਾਮਨ ਕਰੈਕਟਰ ਹੋਣਗੇ। ਸਮ ਨੈਕਸਟ ਜੋ ਇਵੋਲਵਡ ਹੋ ਰਹੀ ਆ, ਔਰ ਸਮ ਕਿਹੜੇ ਆ ਜਿਹੜੀ ਪ੍ਰੀਵੀਅਸ ਵਨ ਹੋਏਗੀ। ਉਹਨਾਂ ਦੋਨੋਂ ਆਰਗੇਨਿਜ਼ਮ ਜਾਂ ਦੋਨੋਂ ਸਪੀਸੀਜ਼ ਦੇ ਕੀ ਹੋਣਗੇ, ਉਸ ਦੇ ਵਿੱਚ ਕਰੈਕਟਰ ਹੋਣਗੇ। ਤਾਂ ਐਦਾਂ ਦੀ ਜਿਹੜੀ ਸਪੀਸੀਜ਼ ਹੋਏਗੀ ਉਸਨੂੰ ਆਪਾਂ ਕਹਾਂਗੇ ਕਨੈਕਟਿਵ ਲਿੰਕ। ਉਹ ਵਾਲੀ ਸਪੀਸੀਜ਼ ਕੀ ਵਿੱਚ ਕਰ ਰਹੀ ਹੈ, ਉਹ ਇੱਕ ਤਰ੍ਹਾਂ ਦਾ ਲਿੰਕ ਬਣਾ ਰਹੀ ਹੈ ਦੋਨੋਂ ਸਪੀਸੀਜ਼ ਦੇ ਵਿੱਚ। ਨੈਕਸਟ ਹੈ ਐਵੀਡੈਂਸ ਫਰੋਮ ਐਸਟੀਵਿਜ਼ਮ। ਐਸਟੀਵਿਜ਼ਮ ਕੀ ਹੁੰਦਾ, ਜਾਂ ਰਿਵਰਸ਼ਨ। ਇਹਦੇ ਵਿੱਚ ਕੀ ਹੋਏਗਾ, ਜਿੱਦਾਂ ਹੁਣ ਵੀ ਸਟਿਲ ਵੀ ਹਿਊਮਨ ਦੇ ਵਿੱਚ ਕੀ ਹੁੰਦਾ, ਬੋਡੀ ਤੇ ਪੂਰੀ ਤਰ੍ਹਾਂ ਹੇਅਰ ਹੋਣੇ, ਬੋਡੀ ਹੇਅਰ ਪੂਰੀ ਤਰ੍ਹਾਂ ਬੋਡੀ ਕੀ ਹੁੰਦੀ ਹੈ। ਜਦੋਂ ਬੇਬੀ ਬੋਰਨ ਹੋ ਰਿਹਾ ਤਾਂ ਉਸ ਬੇਬੀ ਬੋਰਨ ਦੇ ਕੀ ਹੁੰਦਾ, ਫੇਸ ਤੇ ਵੀ ਹੇਅਰ ਆ ਜਾਂਦੇ, ਪੂਰੀ ਬੋਡੀ ਤੇ ਹੇਅਰ ਹੋਣਗੇ। ਤਾਂ ਉਹ ਐਗਜ਼ਾਮਪਲ ਹੈ ਐਸਟੀਵਿਜ਼ਮ। ਐਸਟੀਵਿਜ਼ਮ ਹੈ ਕਿ ਜਿੱਦਾਂ ਆਪਣੇ ਪਹਿਲਾਂ ਪੂਰਵਜ ਰਹਿ ਰਹੇ ਸੀ, ਉਹਨਾਂ ਦੇ ਸਿਮਿਲਰ ਕਰੈਕਟਰ ਕੀ ਹੋ ਜਾਣ, ਅੱਜ ਵੀ ਪ੍ਰੈਜ਼ੈਂਟ ਹੋ ਜਾਣ ਅਚਾਨਕ ਹੀ। ਤਾਂ ਉਸ ਆਪਾਂ ਜਿਹੜੀ ਐਗਜ਼ਾਮਪਲ 'ਚ ਆਪਾਂ ਕਹਿ ਸਕਦੇ ਹਾਂ, ਉਸ ਚੀਜ਼ ਨੂੰ ਆਪਾਂ ਐਟੇਵਿਜ਼ਮ ਕਹਿੰਦੇ ਆਪਾਂ। ਐਟੇਵਿਜ਼ਮ ਜਾਂ ਫਿਰ ਰਿਵਰਜ਼ਨ ਦੇ ਵਿੱਚ ਕੀ ਹੋਏਗਾ ਕਿ ਨਿਊ ਬੋਰਨ ਬੇਬੀ ਦੇ ਉੱਪਰ ਅਚਾਨਕ ਹੀ ਆਪਣੇ ਜੋ ਅਨਸੈਸਟਰ ਰਹੇ ਹੈ, ਜੋ ਆਪਣੇ ਪੂਰਵਜ ਸੀ, ਉਹਨਾਂ ਦੇ ਬੋਡੀ ਦੇ ਉੱਪਰ ਪੂਰੇ ਹੇਅਰ ਹੁੰਦੇ ਸੀ, ਫੇਸ ਤੇ ਵੀ ਹੇਅਰ ਹੁੰਦੇ ਸੀ। ਤਾਂ ਅਚਾਨਕ ਕਿਸੇ ਬੇਬੀ ਦੇ ਫੇਸ ਜਾਂ ਬੋਡੀ ਦੇ ਉੱਪਰ ਹੇਅਰ ਪੂਰੀ ਤਰ੍ਹਾਂ ਆ ਜਾਣ, ਤਾਂ ਉਹ ਇੱਕ ਤਰ੍ਹਾਂ ਦੀ ਕਿਹੜੀ ਐਗਜ਼ਾਮਪਲ ਹੋਏਗੀ, ਐਟੇਵਿਜ਼ਮ ਦੀ ਹੋਏਗੀ। ਜਾਂ ਫਿਰ ਹੋਰ ਵੀ ਆਪਾਂ ਕਹਿ ਸਕਦੇ ਹਾਂ ਬੇਬੀ ਦੀ ਟੇਲ ਹੋਣਾ, ਬੇਬੀ ਦੇ ਟੇਲ ਆਣਾ। ਬੇਬੀ ਦੇ ਅਗਰ ਟੇਲ ਹੋਏਗੀ, ਜੋ ਨਿਊ ਬੋਰਨ ਬੇਬੀ ਹੈ, ਅਗਰ ਉਸਦੇ ਟੇਲ ਆ ਜੇ, ਦੇਖੋ ਪਹਿਲਾਂ ਤਾਂ ਕਿਸੇ ਤਰ੍ਹਾਂ ਦੇ ਟੇਲ ਨਹੀਂ ਆ ਰਹੀ, ਲੇਕਿਨ ਅਚਾਨਕ ਹੀ ਕਿਸੇ ਜਨਰੇਸ਼ਨ ਦੇ ਵਿੱਚ ਟੇਲ ਦਾ ਆਣਾ, ਤਾਂ ਉਹ ਕਿਹਨੂੰ ਰਿਪਰੈਜ਼ੈਂਟ ਕਰੇਗਾ, ਐਟੇਵਿਜ਼ਮ। ਕਿਉਂਕਿ ਟੇਲ ਆਪਣੇ ਪੂਰਵਜ ਜਿਹੜੇ ਸੀ ਉਹਨਾਂ ਦੇ ਕਿਤੇ ਨਾ ਕਿਤੇ ਉਹ ਚੀਜ਼ ਰਹੀ ਹੋਏਗੀ। ਅਗਰ ਡਿਊਰਿੰਗ ਡਿਵੈਲਪਮੈਂਟ ਬੇਬੀ ਦੀ ਜਾਂ ਐਮਬ੍ਰਿਓਨਿਕ ਡਿਵੈਲਪਮੈਂਟ ਦੇ ਵਿੱਚ ਅਗਰ ਕੋਈ ਚੀਜ਼ ਡੋਮੀਨੇਟ ਕਰ ਸਕਦੀ ਹੈ, ਤਾਂ ਐਟੇਵਿਜ਼ਮ ਜੋ ਆਪਣੇ ਪੂਰਵਜ ਸੀ ਉਹਨਾਂ ਦਾ ਕੋਈ ਨਾ ਕੋਈ ਕਰੈਕਟਰ ਅਚਾਨਕ ਹੀ ਬੋਡੀ ਦੇ ਵਿੱਚ ਡਿਵੈਲਪ ਹੋ ਸਕਦਾ, ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਐਟੇਵਿਜ਼ਮ। ਨੈਕਸਟ ਹੈ ਐਵੀਡੈਂਸਸ ਆਫ ਫਿਜ਼ੀਓਲੋਜੀਕਲ ਐਂਡ ਬਾਇਓਕੈਮਿਸਟਰੀ। ਤਾਂ ਇਸ ਦੇ ਵਿੱਚ ਆਪਾਂ ਦੇਖਾਂਗੇ ਜਿੱਦਾਂ ਪ੍ਰੋਟੋਪਲਾਜ਼ਮ ਦੀ ਫੋਰਮੇਸ਼ਨ ਸਾਰੇ ਦੇ ਸਾਰੇ ਆਰਗੇਨਿਜ਼ਮ ਦੇ ਵਿੱਚ ਸੇਮ ਹੈ, ਚਾਹੇ ਉਹ ਪ੍ਰੋਕੈਰੀਓਟ ਹੈ, ਯੂਕੈਰੀਓਟ ਹੈ, ਪ੍ਰੋਟੋਪਲਾਜ਼ਮ ਦੀ ਹੋ ਗਈ। ਫਿਰ ਐਂਜ਼ਾਈਮ ਦੀ ਵਰਕਿੰਗ ਹਰੇਕ ਆਰਗੇਨਿਜ਼ਮ ਦੇ ਵਿੱਚ ਸੇਮ ਹੈ। ਤੇ ਇਹ ਸਾਰੀ ਚੀਜ਼ ਆਪਾਂ ਦੇਖਾਂਗੇ ਕਿ ਕਿਤੇ ਨਾ ਕਿਤੇ ਸਾਰੇ ਹੀ ਆਰਗੇਨਿਜ਼ਮ ਦੇ ਜਿਹੜੇ ਓਰੀਜਨ ਹੈ ਉਹ ਕਿਸੇ ਨਾ ਕਿਸੇ ਸੇਮ ਹੀ ਪ੍ਰੋਸੈਸ ਤੋਂ ਹੋਇਆ, ਜਿਸ ਕਰਕੇ ਕੀ ਹੈ ਕਿ ਉਹਨਾਂ ਦੇ ਵਿੱਚ ਐਂਜ਼ਾਈਮ ਦੀ ਵਰਕਿੰਗ ਸੇਮ ਹੈ। ਅਗਰ ਮਾਈਲੇਜ ਹਿਊਮਨ ਦੇ ਵਿੱਚ ਜੋ ਕੰਮ ਕਰ ਰਿਹਾ, ਉਹੀ ਦੂਸਰੇ ਆਰਗੇਨਿਜ਼ਮ ਦੇ ਵਿੱਚ ਕਰ ਰਿਹਾ। ਜੋ ਟ੍ਰਿਪਸਿਨੋਜਨ ਹਿਊਮਨ ਦੇ ਵਿੱਚ ਕੰਮ ਕਰ ਰਿਹਾ ਹੈ ਜਾਂ ਟ੍ਰਿਪਸਿਨ, ਉਹੀ ਸਿਮਿਲਰ ਕੰਮ ਦੂਸਰੇ ਆਰਗੇਨਿਜ਼ਮ ਦੇ ਵਿੱਚ ਵੀ ਕਰ ਰਿਹਾ। ਤਾਂ ਇਹ ਇੱਕ ਫਿਰ ਫਿਜ਼ੀਓਲੋਜੀ ਜਾਂ ਬਾਇਓਕੈਮਿਸਟਰੀ ਜਿਹੜੀ ਹੈ
ਇਹ ਸਿਮਿਲਰ ਹੀ ਕੰਮ ਕਰ ਰਹੀ ਹੈ ਸਾਰੇ ਆਰਗੇਨਿਜ਼ਮ ਦੇ ਵਿੱਚ। ਤਾਂ ਇੱਥੋਂ ਵੀ ਆਪਾਂ ਨੂੰ ਇੱਕ ਐਵੀਡੈਂਸ ਹੁੰਦਾ ਕਿ ਸਾਰੇ ਆਰਗੇਨਿਜ਼ਮ ਜਿਹੜੇ ਆ ਉਹ ਐਵੋਲੂਸ਼ਨ, ਆਰਗੈਨਿਕ ਐਵੋਲੂਸ਼ਨ ਤੋਂ ਹੀ ਬਿਲਡ ਅਪ ਹੋਏ ਆ। ਐਵੀਡੈਂਸ ਫਰੋਮ ਬਾਇਓਗ੍ਰਾਫਿਕਲ ਡਿਸਟ੍ਰੀਬਿਊਸ਼ਨ। ਬਾਇਓਜੀਓਗ੍ਰਾਫਿਕਲ ਡਿਸਟ੍ਰੀਬਿਊਸ਼ਨ ਕੀ ਆ ਕਿ ਜਿੱਦਾਂ ਜਿੱਦਾਂ ਜਿਓਗ੍ਰਾਫੀ ਚੇਂਜ ਹੁੰਦੀ ਗਈ ਅਰਥ ਦੇ ਉੱਪਰ, ਤਾਂ ਉਸੇ ਤਰ੍ਹਾਂ ਹੀ ਆਰਗੇਨਿਜ਼ਮ ਵੀ ਆਪਣੇ ਆਪ ਨੂੰ ਡਿਸਟ੍ਰੀਬਿਊਟ ਕਰਦੇ ਗਏ ਕਿ ਕਿਸ ਰੀਜਨ ਤੇ ਕਿਸ ਵਾਲੇ ਨੇ। ਅਗਰ ਬਾਇਓਜੀਓਗ੍ਰਾਫਿਕਲੀ ਡਿਸਟ੍ਰੀਬਿਊਸ਼ਨ ਦੇ ਅਕੋਰਡਿੰਗ ਇਹ ਆ ਕਿ ਜਿੱਦਾਂ ਅਰਥ ਦੇ ਉੱਪਰ ਜਿਓਗ੍ਰਾਫੀ ਚੇਂਜ ਹੋਈ, ਉਸ ਤਰ੍ਹਾਂ ਹੀ ਆਰਗੇਨਿਜ਼ਮ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰਤਾ, ਔਰ ਜੋ ਅਡੈਪਟ ਕਰ ਪਾਏ ਉਸ ਪਰਟੀਕੂਲਰ ਰੀਜਨ ਨੂੰ ਲੈ ਕੇ ਉਹ ਉੱਥੇ ਰਹਿ ਗਏ, ਉਹ ਜੋ ਨਹੀਂ ਅਡੈਪਟ ਕਰ ਪਾਏ ਉੱਥੋਂ ਮਾਈਗ੍ਰੇਟ ਕਰਕੇ ਜਾਂ ਫਿਰ ਉੱਥੋਂ ਖਤਮ ਹੋ ਗਏ। ਐਵੀਡੈਂਸ ਫਰੋਮ ਐਂਬਰੀਓਲੋਜੀ। ਐਵੀਡੈਂਸ ਆਫ ਐਂਬਰੀਓਲੋਜੀ ਤੋਂ ਕੀ ਹੈ ਕਿ ਜਿੰਨੀਆਂ ਵੀ ਆਪਣੇ ਪੂਰਵਜ ਜਾਂ ਐਮਬਰੀਓਨਿਕ ਸਟੇਜ ਆਉਣਗੀਆਂ ਉਹ ਸਿਮਿਲਰ ਹੀ ਹੋਣਗੇ ਜਿੱਦਾਂ ਆਪਣੇ ਅਨਸੈਸਟਰ ਸੀਗੇ। ਐਂਬਰੀਓਲੋਜੀ ਦੇ ਵਿੱਚ ਆਪਣੇ ਜਿਹੜੇ ਹੋਣਗੇ ਸਟੇਜਸ ਹੋਣਗੀਆਂ, ਉਹ ਸਟੇਜਸ ਕੀ ਹੋਣਗੇ, ਸਿਮਿਲਰ ਹੋਣਗੇ ਜਿੱਦਾਂ ਆਪਣੇ ਪੂਰਵਜ, ਜੋ ਆਪਣੇ ਪੂਰਵਜ ਆ ਉਹਨਾਂ ਦੀ ਜਿੱਦਾਂ ਡਿਵੈਲਪਮੈਂਟ ਹੋ ਰਹੀ ਹੈ ਉੱਦਾਂ ਹੀ ਆਪਣੇ ਵੀ ਐਮਬਰੀਓਨਿਕ ਸਟੇਜ ਦੇ ਜਿਹੜੇ ਡਿਵੈਲਪਮੈਂਟ ਹੈ ਸਿਮਿਲਰ ਸਟੇਜਸ ਹੋਣਗੀਆਂ ਜੋ ਆਪਣੇ ਅਨਸੈਸਟਰ ਦੀਆਂ ਸਟੇਜਸ ਆ ਰਹੇ। ਜਿੱਦਾਂ ਆਪਾਂ ਨੂੰ ਕਹਿੰਦਾ ਹੁੰਦਾ ਮੰਕੀ ਤੋਂ ਬਣਿਆ ਇਨਸਾਨ, ਤਾਂ ਸਿਮਿਲਰ ਹੀ ਡਿਵੈਲਪਮੈਂਟ ਦੀਆਂ ਸਟੇਜਸ ਆਪਣੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ। ਨੈਕਸਟ ਹੈ ਐਵੀਡੈਂਸ ਫਰੋਮ ਟੈਕਸੋਨੋਮੀ। ਟੈਕਸੋਨੋਮੀ ਦੇ ਬੇਸ ਤੇ ਵੀ ਆਪਾਂ ਨੂੰ ਐਵੀਡੈਂਸ ਮਿਲਦੇ ਔਰ ਐਵੀਡੈਂਸ ਫਰੋਮ ਅਡੈਪਟੇਸ਼ਨ ਐਂਡ ਨੈਚੁਰਲ ਸਿਲੈਕਸ਼ਨ। ਇੱਥੋਂ ਇੱਕ ਕੁਐਸਚਨ ਲਾਸਟ ਈਅਰ ਬਣਿਆ ਸੀ ਅਡੈਪਟੇਸ਼ਨ ਐਂਡ ਨੈਚੁਰਲ ਸਿਲੈਕਸ਼ਨ ਤੋਂ, ਔਰ ਇੱਕ ਕਨੈਕਟਿਵ ਲਿੰਕਸ ਤੋਂ ਵੀ ਇੰਪੋਰਟੈਂਟ ਹੈ। ਕਨੈਕਟਿਵ ਲਿੰਕ ਹਰ ਵਾਰ ਆਉਂਦਾ ਹੀ ਇਹ ਕੁਐਸਚਨ, ਕਨੈਕਟਿਵ ਲਿੰਕ ਪੁੱਛਿਆ ਜਾਂਦਾ, ਤਾਂ ਇਸ ਚੀਜ਼ ਤੋਂ ਆਪਾਂ 10-12 ਹੋਣਗੇ ਕਨੈਕਟਿਵ ਲਿੰਕ ਤਾਂ ਆਪਾਂ ਨੂੰ ਯਾਦ ਰੱਖਣੇ ਪੈਣ। ਔਰ ਅਡੈਪਟੇਸ਼ਨ ਐਂਡ ਨੈਚੁਰਲ ਸਿਲੈਕਸ਼ਨ ਤਾਂ ਇੱਥੋਂ ਵੀ ਇੱਕ ਕੁਐਸਚਨ ਲਾਸਟ ਟਾਈਮ ਬਣਿਆ ਸੀ। ਚਲੋ ਦੇਖਦੇ ਆਪਾਂ ਸਭ ਤੋਂ ਪਹਿਲਾਂ ਪਲੀਓਂਟੋਲੋਜੀ। ਪਲੀਓਂਟੋਲੋਜੀਕਲ ਐਵੀਡੈਂਸ। ਪਲੀਓਂਟੋਲੋਜੀਕਲ ਐਵੀਡੈਂਸ ਤੇ ਆਪਾਂ ਨੂੰ ਕੀ ਮਿਲੇਗਾ, ਜੋ ਡੈਡ ਰਿਮੇਨਸ ਹੋਣਗੇ ਆਰਗੇਨਿਜ਼ਮ ਦੇ ਉਹਨਾਂ ਦੇ ਹਾਰਡ ਪਾਰਟਸ ਆਪਾਂ ਨੂੰ ਮਿਲਣਗੇ ਫਾਊਂਡ ਇਨ ਰੌਕਸ ਕਾਲਡ ਫੋਸਿਲਸ। ਫੋਸਿਲ ਦੇ ਫਾਰਮ ਦੇ ਵਿੱਚ ਮਿਲਣਗੇ। ਜੋ ਪਹਿਲਾਂ ਵਾਲੇ ਆਰਗੇਨਿਜ਼ਮ ਜੋ ਉਹਨਾਂ ਦੇ ਹਾਰਡ ਪਾਰਟ ਜਿਹੜੇ ਹੈਗੇ ਆ ਉਹ ਰੌਕਸ ਦੇ ਵਿੱਚ ਮਿਲਣਗੇ, ਜਿਸ ਨੂੰ ਆਪਾਂ ਕੀ ਕਹਿੰਦੇ ਆ ਫੋਸਿਲਸ। ਉਹਨਾਂ ਦੇ ਫੋਸਿਲਸ ਆਪਾਂ ਨੂੰ ਮਿਲਣਗੇ। ਪਲੀਓਂਟੋਲੋਜੀ ਦੀ ਜਿਹੜੀ ਹੋਏਗੀ ਸਟੱਡੀ ਕਿਹੜੀ ਹੈ, ਫੋਸਿਲ ਦੀ ਸਟੱਡੀ, ਜਿਹੜੀ ਸਟੱਡੀ ਆਫ ਫੋਸਿਲ ਨੂੰ ਕੀ ਕਹਿੰਦੇ ਆ ਪਲੀਓਂਟੋਲੋਜੀ। ਪਲੀਓਂਟੋਲੋਜੀ ਇੰਪੋਰਟੈਂਟ ਹੈ। ਪਲੀਓਂਟੋਲੋਜੀ ਸਟੱਡੀ ਪੁੱਛ ਸਕਦੇ ਆ ਕਿਸ ਨਾਲ ਰਿਲੇਟਡ ਹੈ, ਤਾਂ ਫੋਸਿਲ ਦੀ ਜਿਹੜੀ ਸਟੱਡੀ ਹੋਏਗੀ ਉਸ ਨੂੰ ਆਪਾਂ ਕਹਿੰਦੇ ਆ ਪਲੀਓਂਟੋਲੋਜੀ। ਔਰ ਫਾਊਂਡਰ ਕੌਣ ਹੈ ਦਾ, ਜੋਰਜ ਕੁਵੀਅਰ। जॉर्ज कोवियर है फाउंडर ऑफ मॉडर्न प्लेंटोलॉजी। और बीरबल सहानी इंडियन है ये वाला प्लेंटोलॉजी, फेमस फॉर इंडियन प्लेंटोलॉजी बीरबल सहानी। याद रखना बीरबल सहानी कौन है, फेमस फॉर इंडियन प्लेंटोलॉजी। और फाउंडर ऑफ मॉडर्न प्लेंटोलॉजी कौन है, जॉर्ज कोवियर। टू ब्रांचेस है प्लेंटोलॉजी दियां, एक केड़े वाली प्लेंटो बॉटनी, दूसरी है प्लेंटो जोलॉजी। प्लेंटो बॉटनी रिलेट्स होएगी जो अपन ਨੂੰ प्लांट्स ਦੇ डेड रिमेन्स मिल रहे हैं, ਤਾਂ ਉਸ ਨੂੰ ਆਪਾਂ ਕੀ ਕਹਾਂਗੇ ਪਲਾਂਟ ਫੋਸਿਲਸ। ਪਲਾਂਟ ਫੋਸਿਲ ਦੀ ਜਿਹੜੀ ਸਟੱਡੀ ਹੋਏਗੀ ਉਹਨੂੰ ਆਪਾਂ ਕਹਿੰਦੇ ਆ ਪਲੀਓਬੋਟਨੀ। ਔਰ ਦੂਸਰੀ ਹੈ ਪੈਲੀਓਜੋਲੋਜੀ ਜਿਹੜੀ ਹੋਏਗੀ ਐਨੀਮਲ ਦੇ ਫੋਸਿਲ ਦੇ ਨਾਲ ਰਿਲੇਟਡ। ਤਾਂ ਦੋਨੋਂ ਬ੍ਰਾਂਚਸ ਯਾਦ ਰੱਖਣੀਆਂ। ਪੈਲੀਓਬੋਟਨੀ ਕਿਹੜੀ ਹੈ, ਸਟੱਡੀ ਆਫ ਪਲਾਂਟ ਫੋਸਿਲਸ, ਐਂਡ ਸਟੱਡੀ ਆਫ ਐਨੀਮਲ ਫੋਸਿਲ ਨੂੰ ਆਪਾਂ ਕਹਾਂਗੇ ਪੈਲੀਓਜੋਲੋਜੀ। ਔਰ ਜੋ ਆਪਾਂ ਨੂੰ ਪਲੀਓਂਟੋਲੋਜੀ ਐਵੀਡੈਂਸ ਮਿਲੇ ਆ ਉਹ ਮਿਲੇ ਕਿੱਥੋਂ ਆ, ਉਹ ਮਿਲੇ ਆ ਆਪਾਂ ਨੂੰ ਸੈਡੀਮੈਂਟਰੀ ਰੌਕਸ ਦੇ ਵਿੱਚ। ਯਾਦ ਰੱਖਣਾ ਕਿ ਇਹ ਫੋਸਿਲਸ ਕਿਹਦੇ ਚ ਪ੍ਰੈਜ਼ੈਂਟ ਹੁੰਦੇ ਆ, ਸੈਡੀਮੈਂਟਰੀ ਰੌਕ। ਦੂਸਰੇ ਵੇਲੇ ਇਹ ਵਾਲੇ ਹਾਰਡ ਹੋਣਗੇ, ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ, ਇਹ ਵੀ ਜੋ ਮੈਟਾਮੋਰਫਿਕ ਰੌਕਸ ਹੈ ਇਹ ਵੀ ਕੀ ਹੋਣਗੀਆਂ, ਇਹ ਹਾਰਡ ਹੁੰਦੀਆਂ ਇਹ ਵੀ। ਇਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫੋਸਿਲਸ ਨਹੀਂ ਹੋਏਗਾ, ਨਾ ਹੀ ਇਹਦੇ ਚ ਹੋਏਗਾ। ਇਹ ਵਾਲੀਆਂ ਹਾਰਡ ਹੋਣਗੀਆਂ, ਇਗਨੀਸ਼ੀਅਸ ਕਿਹੜੀਆਂ ਹੁੰਦੀਆਂ ਨੇ, ਹਾਰਡ। ਹਾਰਡ ਹੋਣਗੀਆਂ ਜੋ ਲਾਵਾ ਹੈ, ਵੋਲਕੈਨੋ ਇਰਪਸ਼ਨ ਦੇ ਵਿੱਚ ਲਾਵਾ ਕੀ ਹੋ ਗਿਆ, ਕੂਲ ਹੋ ਗਿਆ, ਔਰ ਕਿਸੇ ਤਰ੍ਹਾਂ ਦੀ ਕੋਈ ਵੀ ਲੇਅਰਸ ਦੀ ਫਾਰਮ ਦੇ ਵਿੱਚ ਉਹ ਨਹੀਂ ਹੋਇਆ, ਇੱਕ ਕੰਪੈਕਟ ਸਟਰਕਚਰ ਬਣੀ ਜਿਸ ਨੂੰ ਆਪਾਂ ਕੀ ਕਹਿ ਦਿੱਤਾ, ਇਗਨੀਸ਼ੀਅਸ ਰੌਕਸ। ਇਹਦੇ ਗ੍ਰੇਨਾਈਟ ਵੀ ਆ ਜਾਏਗਾ।
ਔਰ ਸੈਡੀਮੈਂਟਰੀ ਦੇ ਵਿੱਚ ਕੀ ਹੈ, ਲੇਅਰ ਹੋਣਗੀਆਂ। ਕੀ ਹੋਣਗੀਆਂ ਇਹਦੇ ਚ, ਲੇਅਰ ਫਾਰਮਸ ਔਰ ਸੈਡੀਮੈਂਟ ਪਾਰਟੀਕਲ ਹੈਗੇ, ਸੈਡੀਮੈਂਟਰੀ ਪਾਰਟੀਕਲਸ। ਮਿਨਰਲਸ ਵੀ ਹੋਣਗੇ, ਮਿਨਰਲ ਵੀ ਹੋਣਗੇ, ਤਾਂ ਉਹ ਸਾਰੇ ਕਿਹਦੇ ਚ ਹੋਣਗੇ, ਸੈਡੀਮੈਂਟਰੀ ਰੌਕਸ। ਔਰ ਉਹਨੂੰ ਆਪਾਂ ਉਹਦੇ ਚ ਆਪਾਂ ਨੂੰ ਕਿਤੇ ਐਗਜ਼ਿਸਟੈਂਸ ਮਿਲੀ ਹੈ, ਫੋਸਿਲਸ ਐਵੀਡੈਂਸ ਮਿਲੀ ਹੈ ਆਪਾਂ ਨੂੰ। Next, fossils are found in sedimentary rocks and provide one of the most acceptable evidence in a support of organic evolution। जो अपन ਨੂੰ evidence मिले है ਸੈਡੀਮੈਂਟਰੀ ਰੌਕਸ ਤੋਂ, ਉਹ ਇੱਕ ਸਭ ਤੋਂ ਵੱਧ ਅਸੈਪਟੇਬਲ ਥਿਊਰੀ ਹੈ, ਜੋ ਆਪਾਂ ਕਹਿ ਸਕਦੇ ਹਾਂ ਐਵੀਡੈਂਸ ਹੈਗੇ ਆ, ਜੋ ਐਵੋਲੂਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ। ਟਾਈਪ ਆਫ ਫੋਸਿਲਸ ਕਿਹੜੇ ਆ, ਇੱਕ ਅਨਅਲਟਰਡ ਫੋਸਿਲਸ। ਅਨਅਲਟਰਡ ਕੀ ਹੈ, ਕੋਈ ਚੇਂਜ, ਨੋ ਚੇਂਜ, ਜਿੱਦਾਂ ਸੀ ਉਦਾਂ ਹੀ ਆਪਾਂ ਨੂੰ ਮਿਲ ਗਏ, ਨੋ ਚੇਂਜ। ਔਰ ਨੋ ਚੇਂਜ ਦੇਖੋ ਹੁਣ ਤੱਕ ਕਿੱਦਾਂ ਉਹ ਅਨਚੇਂਜਡ ਪਏ ਹੋਏ ਆ, ਅਨਅਲਟਰਡ ਪਏ ਹੋਏ। ਅਗਰ ਫੋਸਿਲਸ ਕਿੱਥੇ ਸੀਗੇ ਪ੍ਰੈਜ਼ੈਂਟ, ਆਈਸ ਦੇ ਵਿੱਚ ਸੀ, ਆਈਸ ਜਾਂ ਫਿਰ ਐਂਬਰ ਦੇ ਵਿੱਚ ਸੀ, ਤਾਂ ਉਹਨਾਂ ਦੇ ਜਿਹੜੇ ਡੈਡ ਰਿਮੇਨ ਸੀ ਉਹ ਐਜ਼ ਇਟ ਇਜ਼ ਪਏ ਆ ਬਹੁਤ ਸਾਲਾਂ ਤੋਂ। ਫੋਸਿਲਸ ਵਿਚ ਆਰ ਪ੍ਰੀਜ਼ਰਵਡ ਇਨ देयर ओरिजिनल ਜਾਂ ਫਿਰ ਇੰਟੈਕਟ ਫਾਰਮ। ਫੋਸਿਲਸ ਕਿਹਦੇ ਚ ਫਾਰਮ ਚ ਪਏ ਹੋਏ ਆ, ओरिजिनल ਫਾਰਮ ਦੇ ਵਿੱਚ ਹੀ ਪਏ ਹੋਏ ਆ। ਅਗਰ ओरिजिनल ਫਾਰਮ ਦੇ ਵਿੱਚ ਪਏ ਹੋਏ ਆ ਤਾਂ ਆਈਸ ਨੇ ਉਹਨਾਂ ਨੂੰ ਕੀ ਕਰਕੇ ਰੱਖਿਆ, ਉਹਨਾਂ ਦੀ ਬੋਡੀਜ਼ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ। ਤਾਂ ਇਹ ਐਗਜ਼ਾਮਪਲ ਹੈ ਅਨਅਲਟਰਡ ਫੋਸਿਲਸ। ਇਸ ਦੇ ਵਿੱਚ ਆਪਣੇ ਕੋਲ ਵੂਲੀ ਮੈਮੋਥਸ ਮਿਲੇ ਆ, ਫਾਊਂਡ ਇਨ ਫਰੋਜ਼ਨ in ice 25,000 years before extinct fossils। ਦੇਖੋ 25,000 ਸਾਲ ਪਹਿਲਾਂ ਉਹ ਐਕਸਟਿੰਕਟ ਹੋ ਗਏ, ਲੇਕਿਨ ਆਪਾਂ ਨੂੰ ਕੀ ਮਿਲੇ ਆ, ਆਪਾਂ ਨੂੰ ਫਰੋਜ਼ਨ ਮਿਲੇ ਆ, ਫਰੋਜ਼ਨ ਫਾਰਮ ਦੇ ਵਿੱਚ ਮਿਲੇ ਆ ਵੂਲੀ ਮੈਮੋਥ। were found from a Siberian region। ਪੁੱਛ ਸਕਦੇ ਕਿ ਕਿਹੜੇ ਵਾਲੇ ਆਪਾਂ ਨੂੰ ਐਜ਼ ਇਟ ਇਜ਼ ਮਿਲੇ ਜੋ ਐਕਸਟਿੰਕਟ ਹੋ ਚੁੱਕੇ ਆ 25,000 ਈਅਰ ਪਹਿਲਾਂ, ਤਾਂ ਉਹ ਹੈ ਵੂਲੀ ਮੈਮੋਥ, ਮਿਲੋ ਕਿਤੇ ਸਾਈਬੇਰੀਅਨ ਰੀਜਨ ਤੋਂ। ਇਨਸੈਕਟ ਔਰ ਪਲਾਂਟਸ ਪਾਰਟਸ ਆਰ ਟ੍ਰੈਪਡ ਇਨ ਐਂਬਰ। ਐਂਬਰ ਦੇ ਵਿੱਚ ਇਨਸੈਕਟ ਐਂਡ ਪਲਾਂਟ ਪਾਰਟਸ ਕੀ ਹੋਏ ਆ, ਟ੍ਰੈਪ ਹੋ ਗਏ ਸੀ, ਤਾਂ ਉਹ ਵੀ ਆਪਾਂ ਨੂੰ ਕਿਹੜੀ ਫਾਰਮ ਚ ਮਿਲੇ, ਅਨਅਲਟਰਡ ਫੋਸਿਲ ਦੇ। ਸੈਕਿੰਡ ਵਾਲਾ ਆਪਣੇ ਕੋਲ ਪੈਟਰੀਫਾਈਡ ਫੋਸਿਲਸ। ਪੈਟਰੀਫਾਈਡ ਦੇ ਵਿੱਚ ਕੀ ਹੋਏਗਾ, ਹਾਰਡ ਪਾਰਟ ਹੀ ਸਿਰਫ ਜਸਟ ਮਿਲੇ ਆ, ਜਿੱਦਾਂ ਕੰਕਾਲ ਹੋ ਗਿਆ, ਜੋ ਉਹਨਾਂ ਦਾ ਸਕੈਲਟਨ ਹੋਏਗਾ, ਦਾ ਬੋਨਸ, ਟਿਥ, ਸ਼ੈਲ ਐਂਡ ਵੁੱਡ, ਇੱਦਾਂ ਦੇ ਜਿਹੜੇ ਹਾਰਡ ਵਾਲੇ ਪਾਰਟ ਹੋਣਗੇ ਉਹ ਵਾਲੇ ਹੀ ਜਸਟ ਮਿਲੇ ਆ, ਤਾਂ ਉਹ ਕਿਹਦੇ ਚ ਆਉਣਗੇ, ਪੈਟਰੀਫਾਈਡ। ਔਰ ਬਾਕੀ ਜਿਹੜੇ ਹੈਗੇ ਸੀ ਸੌਫਟ ਪਾਰਟ, ਉਹ ਕੀ ਹੋ ਗਏ, ਮਿਨਰਲਾਈਜ਼ ਹੋ ਗਏ। ਇਹ ਕੀ ਹੋ ਗਿਆ, ਮਿਨਰਲਾਈਜ਼ਡ ਹੋ ਗਏ, ਮਿਨਰਲਾਈਜ਼ਡ। ਮਿਨਰਲਾਈਜ਼ਡ ਹੋ ਗਏ ਜਿਹੜੇ ਸੌਫਟ ਵਾਲੇ ਪਾਰਟ ਸੀ, ਔਰ ਬਾਕੀ ਕੀ ਬਚ ਗਿਆ, ਹਾਰਡ ਵਾਲੇ ਪਾਰਟ ਰਹਿ ਗਏ, ਤਾਂ ਉਹਨਾਂ ਦੇ ਆਪਾਂ ਨੂੰ ਜੋ ਮਿਲਣਗੇ ਓਨਲੀ ਹਾਰਡ ਪਾਰਟਸ, ਉਸ ਨੂੰ ਆਪਾਂ ਕਹਿੰਦੇ ਪੈਟਰੀਫਾਈਡ। ਨੈਕਸਟ ਹੈ ਪ੍ਰਿੰਟ ਫੋਸਿਲਸ। ਫੋਸਿਲਾਈਜ਼ਡ ਇੰਪ੍ਰੈਸ਼ਨ ਆਫ ਦ ਫੁੱਟ, ਵਿੰਗਸ, ਲੀਵਸ। ਇਹਦੇ ਚ ਆਪਾਂ ਨੂੰ ਕਿਹੜੇ ਕਿਹੜੇ ਮਿਲਣਗੇ, ਇੰਪ੍ਰੈਸ਼ਨ ਆਫ ਫੁੱਟ, ਫੁੱਟ ਦੇ ਜਿੱਥੇ ਪੈਰ, ਜਾਂ ਆਪਾਂ ਕਹਿ ਦਿੱਤਾ ਕਿ ਜਿੱਥੇ ਪੈਰ ਰੱਖੇ ਗਏ ਉਹਨਾਂ ਦੇ ਨਿਸ਼ਾਨ ਆਪਾਂ ਨੂੰ ਅਜੇ ਵੀ ਮਿਲਦੇ ਆ, ਤਾਂ ਕਿਹਦੇ, ਫੁੱਟ ਹੋ ਗਿਆ, ਵਿੰਗਸ ਹੋ ਗਏ ਜਾਂ ਲੀਵਸ, ਤਾਂ ਉਹ ਕਿਹਦੇ ਜਾਣਗੇ, ਪ੍ਰਿੰਟ ਫੋਸਿਲ ਦੇ ਵਿੱਚ। ਨੈਕਸਟ ਹੈ ਮੋਲਡ ਫੋਸਿਲਸ। ਓਨਲੀ ਐਨ ਇੰਪ੍ਰੈਸ਼ਨ ਆਫ ਐਕਸਟਰਨਲ ਸਟਰਕਚਰ ਆਫ a body is preserved in a wet soil and no body part is recovered or dead organism of a dead organism। ਜਸਟ ਕੀ ਹੈ, ਉਸਦੀ ਐਕਸਟਰਨਲ ਸਟਰਕਚਰ ਜਿਹੜੀ ਹੈ ਉਹ ਪ੍ਰੀਜ਼ਰਵ ਰਹੀ ਹੈ ਕਿਤੇ ਚ, ਵੈਟ ਸੋਇਲ ਜਿੱਦਾਂ, ਔਰ ਬਾਕੀ ਕਿਸੇ ਤਰ੍ਹਾਂ ਦਾ ਕੋਈ ਵੀ ਬੋਡੀ ਪਾਰਟਸ ਆਪਾਂ ਨੂੰ ਨਹੀਂ ਮਿਲਿਆ। ਤਾਂ ਇਹ ਮੋਲਡ ਫੋਸਿਲਸ ਹੋ ਗਏ। ਕਾਸਟ ਫੋਸਿਲ ਦੇ ਵਿੱਚ ਸਮਟਾਈਮਸ ਮਿਨਰਲਸ ਆਰ ਫਿਲਡ ਇਨ ਅ ਮੋਲਡ, ਰਿਜ਼ਲਟ ਇਨ ਅ ਕਾਸਟ ਫੋਸਿਲਸ। ਜਸਟ ਤੁਸੀਂ ਇੱਥੋਂ ਇੰਨਾ ਜ਼ਿਆਦਾ ਨਹੀਂ ਕਰਨਾ, ਬਸ ਪੈਲੇਓਂਟੋਲੋਜੀ ਕਿਹਦੇ ਨਾਲ ਰਿਲੇਟਡ ਹੈ, ਔਰ ਉਸਦਾ ਮਾਡਰਨ ਫਾਊਂਡਰ ਕੌਣ ਹੈ, ਇੰਡੀਅਨ ਕਿਹੜੇ ਵਾਲਾ, ਕਿਹੜੇ ਵਾਲੀ ਰੌਕਸ ਤੋਂ ਮਿਲ ਰਹੀ ਹੈ, ਔਰ ਇਸ ਤੋਂ ਬਾਅਦ ਵਿੱਚ ਅਨਅਲਟਰਡ ਵੂਲੀ ਮੈਮੋਥ ਦਾ ਯਾਦ ਕਰ ਲਿਓ। ਬਾਕੀ ਨੌਲੇਜ ਹੋਏ ਕਿ ਪੈਟਰੀਫਾਈਡ ਫੋਸਿਲਸ ਕਿਹੜੇ ਵਾਲੇ, ਪ੍ਰਿੰਟ ਫੋਸਿਲਸ ਕਿਹੜੇ ਹੋਏ। ਤਾਂ ਨੈਕਸਟ ਆਪਾਂ ਚੱਲਦੇ ਹਾਂ
ਨੈਕਸਟ ਦੇਖੋ ਸਮ ਆਫ them represent extinct organism। ਜਦੋਂ ਆਪਾਂ ਨੂੰ ਜੋ ਪਲੈਂਟੋਲੋਜੀ ਦੇ ਵਿੱਚ ਮਿਲ ਰਹੇ ਸੀ ਉਹਨਾਂ ਦੇ ਬੋਡੀ, ਜਿੱਦਾਂ ਆਪਾਂ ਗੱਲ ਕਰੀ ਆ ਪੈਟਰੀਫਾਈਡ ਦੇ ਡਾਇਨਾਸੋਰਸ ਦੇ ਆਪਾਂ ਨੂੰ ਜੋ ਕੰਕਾਲ ਮਿਲੇ ਤਾਂ ਉਹ ਹੁਣ ਐਕਸਟਿੰਕਟ ਹੋ ਚੁੱਕੇ ਆ, ਲੇਕਿਨ ਉਹਨਾਂ ਦੀ ਮੌਜੂਦਗੀ ਅੱਜ ਵੀ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਮਿਲਦੀ ਆ ਆਪਾਂ ਨੂੰ। ਹੁਣ ਆਪਾਂ ਅਗਰ ਜੋ ਵੀ ਦੇਖਦੇ ਆ ਕਿ ਏਜ ਡਿਟਰਮੀਨੇਸ਼ਨ ਆਫ ਫੋਸਿਲਸ, ਇਹ ਫੋਸਿਲਸ ਕਦੋਂ ਤੋਂ ਪ੍ਰੈਜ਼ੈਂਟ ਹੋਣਗੇ ਇਸ ਅਰਥ ਦੇ ਉੱਪਰ, ਉਸਦੀ ਏਜ ਕੀ ਹੋਏਗੀ, ਤਾਂ ਆਪਾਂ ਤੋਂ ਕੁਝ ਮੈਥਡ ਦੇ ਰੱਖੀ ਆਪਾਂ ਨੂੰ। ਆਪਾਂ ਹਾਫ ਲਾਈਫ ਜਿਹੜੀ ਹੈ ਉਹ ਚੈੱਕ ਕਰਦੇ ਆ। ਦੇਖੋ ਕੋਈ ਵੀ ਅਗਰ ਆਪਣੇ ਕੋਲ ਰੌਕ ਹੈ ਜਾਂ ਕੋਈ ਵੀ ਬੋਡੀ ਪਾਰਟਸ ਹੈ, ਉਸ ਦੇ ਵਿੱਚ ਰੇਡੀਓ ਐਕਟਿਵ ਐਲੀਮੈਂਟ ਤਾਂ ਹੁੰਦੇ ਹੀ ਹੈ ਪ੍ਰੈਜ਼ੈਂਟ। ਜਿੱਦਾਂ ਆਪਾਂ ਦੇਖੋ ਇਟਸ ਆਲਰੇਡੀ ਕੈਲਕੂਲੇਟ ਦੀ ਹਾਊ ਲੌਂਗ it will take for half of the quantity of a element to change into stable form, and this time half life ਦੀ ਡੈਫੀਨੇਸ਼ਨ ਦੇ ਰੱਖੀ ਕਿ ਜਿੰਨੀ ਵੀ ਕੁਆਂਟੀਟੀ ਹੋਏਗੀ ਐਲੀਮੈਂਟ ਦੀ, ਤਾਂ ਉਸਦੀ ਹਾਫ ਜਿਹੜੀ ਹੈ ਉਸਦੇ ਡਿਕੇ ਹੋਣ ਤੇ ਜੋ ਟਾਈਮ ਲੱਗੇਗਾ ਉਸਦੇ ਸਟੇਬਲ ਫਾਰਮ ਦੇ ਵਿੱਚ ਆਉਣ ਲਈ, ਤਾਂ ਉਹ ਟਾਈਮ ਕਿਹੜਾ ਹੋਏਗਾ, ਹਾਫ ਲਾਈਫ ਹੋਏਗਾ। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਰੇਡੀਓ ਐਕਟਿਵ ਡਿਕੇ। ਹਰੇਕ ਬੋਡੀ ਪਾਰਟਸ ਦੇ ਵਿੱਚ ਕਿਤੇ ਨਾ ਕਿਤੇ ਰੇਡੀਓ ਐਕਟਿਵ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਆ, ਤਾਂ ਉਸ ਰੇਡੀਓ ਐਕਟਿਵ ਐਲੀਮੈਂਟ ਕਦੋਂ ਡਿਕੇ ਕਰਨਾ ਸ਼ੁਰੂ ਕਰਨਗੇ, ਜਦੋਂ ਕੋਈ ਆਰਗੇਨਿਜ਼ਮ ਡੈਡ ਹੋ ਜਾਂਦਾ। ਆਰਗੇਨਿਜ਼ਮ ਜਦੋਂ ਡੈਡ ਹੋਏਗਾ ਤਾਂ ਉਸਦੇ ਜਿਹੜੇ ਰੇਡੀਓ ਐਕਟਿਵ ਐਲੀਮੈਂਟ ਹੁੰਦੇ ਆ, ਰੇਡੀਓ ਐਕਟਿਵ ਐਲੀਮੈਂਟ ਉਹ ਡਿਕੇ ਕਰਨਾ ਸ਼ੁਰੂ ਕਰ ਦਿੰਦੇ ਆ, ਡਿਕੇ ਇਨਟੂ ਸਟੇਬਲ ਫਾਰਮ। ਤਾਂ ਫਿਰ ਫਸਟ ਜਿਹੜਾ ਹੋਏਗਾ, ਅਗਰ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਕੋਲ 50 ਗ੍ਰਾਮ ਅਗਰ ਕੋਈ ਸਬਸਟੈਂਸ ਹੈ, ਤਾਂ ਫਸਟ ਉਸਦਾ ਜਿਹੜਾ ਹਾਫ ਲਾਈਫ ਹੋਏਗਾ ਉਹਦੇ ਚ ਕਿੰਨਾ ਰਹੇਗਾ 7.5 ਗ੍ਰਾਮ, ਜਾਂ ਤੇ 16 ਗ੍ਰਾਮ ਦਾ ਕਿੰਨਾ ਰਹਿ ਜਾਏਗਾ 8 ਗ੍ਰਾਮ ਰਹਿ ਜਾਏਗਾ, 8 ਗ੍ਰਾਮ। ਔਰ ਫਸਟ ਜਿਹੜਾ ਹਾਫ ਲਾਈਫ ਹੋਏਗਾ ਉਹ ਸਿਰਫ 8 ਗ੍ਰਾਮ ਨੂੰ ਹੀ ਰਿਡਿਊਸ ਕਰ ਪਾਏਗਾ। ਸੈਕਿੰਡ ਹਾਫ ਲਾਈਫ ਜਿਹੜਾ ਹੋਏਗਾ ਉਹ ਕਿੰਨਾ ਰਹਿ ਜਾਏਗਾ, ਫਿਰ ਫੋਰਥ ਸੈਕਿੰਡ ਹਾਫ ਲਾਈਫ ਫਿਰ ਇੱਥੋਂ ਇਨੀਸ਼ੀਅਲ ਦਾ ਜੋ ਹਾਫ ਹੋਏਗਾ, ਦੇਖੋ 2 ਹਾਫ ਲਾਈਫ ਨਿਕਲ ਕੇ ਲੇਕਿਨ ਅਜੇ ਵੀ 1/4 ਬਚਿਆ ਹੋਇਆ। ਤਾਂ ਇਸ ਤਰ੍ਹਾਂ ਫਿਰ ਨੈਕਸਟ, ਤਾਂ ਇਦਾਂ ਚਲਦੇ ਚਲਦੇ ਜਿੰਨਾ ਟਾਈਮ ਲੱਗੇਗਾ ਤਾਂ ਆਪਾਂ ਹਾਫ ਲਾਈਫ ਟਾਈਮ ਤੋਂ ਆਪਾਂ ਕਿਸੇ ਵੀ ਰੇਡੀਓ ਐਕਟਿਵ ਐਲੀਮੈਂਟ ਜਾਂ ਰੇਡੀਓ ਡੇਟਿੰਗ ਕਰਕੇ ਕਿਸੇ ਵੀ ਫੋਸਿਲਸ ਦਾ ਪਤਾ ਕਰ ਸਕਦੇ ਹਾਂ ਕਿ ਉਹ ਅੱਜ ਤੋਂ ਕਿੰਨਾ ਪੁਰਾਣਾ ਹੈ, ਕਿਉਂਕਿ ਹਰ ਇੱਕ ਫੋਸਿਲ ਦੇ ਵਿੱਚ ਰੇਡੀਓ ਐਕਟਿਵ ਐਲੀਮੈਂਟ ਦੀ ਜਿਹੜੀ ਪਰਸੈਂਟੇਜ ਹੈ, ਪਰਸੈਂਟੇਜ ਬੇਸ ਤੇ ਹੀ ਆਪਾਂ ਉਸ ਦੀ ਡਿਟੈਕਸ਼ਨ ਕਰ ਸਕਦੇ ਕਿ ਇੰਨੇ ਪਰਸੈਂਟ ਸੀ, ਹੁਣ ਕਿੰਨੇ ਪਰਸੈਂਟ ਬਚਿਆ ਹੋਇਆ। ਤਾਂ ਉਸ ਤੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਉਸ ਦਾ ਕਿੰਨੇ ਸਾਲ ਪਹਿਲਾਂ ਉਹ ਆਰਗੇਨਿਜ਼ਮ ਇੱਥੇ ਮੌਜੂਦ ਸੀ ਔਰ ਹੁਣ ਉਹਦੇ ਵਿੱਚ ਕਿੰਨਾ ਰੇਡੀਓ ਐਕਟਿਵ ਐਲੀਮੈਂਟ ਸਟਿਲ ਬਚਿਆ ਹੋਇਆ। ਤਾਂ ਆਪਾਂ ਇਸ ਤੋਂ ਰਿਵਰਸ ਡਾਇਰੈਕਸ਼ਨ ਦੇ ਵਿੱਚ ਜਾ ਕੇ ਇਸ ਚੀਜ਼ ਦਾ ਪਤਾ ਲਗਾ ਸਕਦੇ ਹਾਂ। ਨੈਕਸਟ ਦੇਖੋ, ਆਪਾਂ ਅਗਰ ਕਿਸੇ ਰੌਕ ਦੀ ਗੱਲ ਕਰਦੇ ਹਾਂ, we can calculate the age of rock by relative proportion of radioactive element and non-radioactive element in a same element in a sample of rock ਦੇ ਵਿੱਚ radioactive element and non-radioactive element ਦੀ ਜਿਹੜੀ ਪ੍ਰਪੋਰਸ਼ਨ ਆ ਉਸ ਤੋਂ ਆਪਾਂ ਪਤਾ ਕਰ ਸਕਦੇ ਹਾਂ। ਔਰ ਇਸ ਮੈਥਡ ਨੂੰ ਕਹਿੰਦੇ ਰੇਡੀਓ ਐਕਟਿਵ ਡੇਟਿੰਗ ਤੇ ਆਪਾਂ ਕੀ ਪਤਾ ਕਰ ਸਕਦੇ ਹਾਂ, ਕਿਸੇ ਵੀ ਰੌਕ ਦੀ ਏਜ ਪਤਾ ਕਰ ਸਕਦੇ ਹਾਂ। ਇੱਥੇ ਕੁਝ ਇੰਪੋਰਟੈਂਟ ਮੈਥਡ ਦੇ ਰੱਖੇ ਆ, ਤੇ ਰੇਡੀਓ ਕਾਰਬਨ ਮੈਥਡ ਹੈ, ਰੇਡੀਓ ਕਾਰਬਨ ਮੈਥਡ ਜਾਂ ਫਿਰ ਕਾਰਬਨ ਡੇਟਿੰਗ ਮੈਥਡ। ਤਾਂ ਇਹਦੇ ਵਿੱਚ ਆਪਾਂ ਨੂੰ ਕਾਰਬਨ 14 ਇਸਤੇਮਾਲ ਕਰਿਆ ਜਾਂਦਾ। ਕਾਰਬਨ 14 ਕਿਹਦੇ 'ਚ ਚੇਂਜ ਹੁੰਦਾ, ਨਾਈਟ੍ਰੋਜਨ 14 ਦੇ ਵਿੱਚ। ਤਾਂ ਇਹ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ ਕਾਰਬਨ 14। ਤਾਂ ਇਸਦਾ ਹਾਫ ਲਾਈਫ ਪੀਰੀਅਡ ਹੈ 5730 ਸਾਲ। ਤਾਂ ਇਸ ਨੂੰ ਰਿਡਿਊਸ ਹੋਣ ਤੇ ਕਿੰਨਾ ਟਾਈਮ ਲੱਗੇਗਾ, 5730 ਸਾਲ, ਹਾਫ ਕੁਆਂਟੀਟੀ ਨੂੰ ਨਾਈਟ੍ਰੋਜਨ 14 ਦੇ ਵਿੱਚ ਚੇਂਜ ਹੋਣ ਤੇ। ਤੇ ਨੈਕਸਟ ਕੁਆਟਰ ਨੂੰ ਫਿਰ ਹਾਫ ਲਾਈਫ ਲੱਗ ਜਾਏਗਾ। ਤਾਂ ਇਦਾਂ ਕਰਦੇ ਕਰਦੇ ਆਪਾਂ ਕਾਰਬਨ 14 ਤੋਂ ਪਤਾ ਕਰ ਸਕਦੇ ਹਾਂ ਕਿ ਇਹ ਕਿਸ ਵਾਲੇ ਆਰਗੇਨਿਜ਼ਮ ਦੀ ਕਿੰਨੀ ਏਜ ਹੈ ਜਾਂ ਕਿਸ ਫੋਸਿਲ
ਦੀ ਕਿੰਨੀ ਏਜ ਹੈ ਜਾਂ ਉਹ ਕਿੰਨਾ ਪੁਰਾਣਾ ਹੈ, ਕਾਰਬਨ 14। ਤਾਂ ਇੱਕ ਹੋਰ ਮੈਥਡ ਹੈ ਰੌਕ ਡੇਟਿੰਗ। ਰੇਡੀਓ ਕਾਰਬਨ ਮੈਥਡ ਜਾਂ ਕਾਰਬਨ ਡੇਟਿੰਗ ਇਹ ਕਿਤੇ ਹੈ ਰੈਮੀਨੈਂਟ ਆਫ ਫੋਸਿਲਸ, ਜੋ ਆਪਣੇ ਫੋਸਿਲਸ ਹੈ उसकी डेटिंग ਲਈ। और सेकंड है रॉक डेटिंग, यूरेनियम लेड मैथड यूज करते हैं या फिर पोटाशियम आर्गन मैथड यूज करते हैं। दिस मैथड इज more commonly used to determine the age of older fossils। ਹਿਊਮਨ ਫੋਸਿਲਸ ਤੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਕਿਹੜੇ ਵਾਲਾ ਪੋਟਾਸ਼ੀਅਮ ਆਰਗਨ ਮੈਥਡ। ਯਾਦ ਰੱਖ ਲੈਣਾ ਕਿ ਜਿਹੜੇ ਹਿਊਮਨ ਲਈ ਕਾਮਨ ਜਿਹੜਾ ਮੈਥਡ ਯੂਜ਼ ਕਰਿਆ ਜਾਂਦਾ ਕਿਹੜੇ ਵਾਲਾ ਹੈਗਾ ਆਪਣੇ ਕੋਲ ਪੋਟਾਸ਼ੀਅਮ ਆਰਗਨ ਮੈਥਡ, ਜਿਹੜਾ ਮੋਰ ਕਾਮਨਲੀ ਯੂਜ਼ਡ ਕਰਿਆ ਜਾਂਦਾ ਹਿਊਮਨ ਦੇ ਜਿਹੜੇ ਫੋਸਿਲਸ ਹੋਣਗੇ ਉਸਨੂੰ ਪਤਾ ਕਰਨਾ। ਔਰ ਅੱਜ ਦੇ ਸਮੇਂ ਸਭ ਤੋਂ ਜੋ ਐਕੂਰੇਟ ਮੈਥਡ ਹੈ ਇਲੈਕਟ੍ਰੋਨ ਸਪਿਨ ਰੈਜ਼ੋਨੈਂਸ ਮੈਥਡ ਹੈ, ਜਿਸ ਦੇ ਜ਼ਰੀਏ ਆਪਾਂ ਫੋਸਿਲ ਦੀ ਏਜ ਪਤਾ ਕਰਦੇ ਹਾਂ। ਇਲੈਕਟ੍ਰੋਨ ਸਪਿਨ ਰੈਜ਼ੋਨੈਂਸ ਕੁਐਸਚਨ ਆ ਸਕਦਾ ਕਿ ਜੋ ਮਾਡਰਨ ਟੈਕਨੀਕ ਹੈ ਜੋ ਆਪਾਂ ਫੋਸਿਲ ਦੀ ਏਜ ਪਤਾ ਕਰਦੀ ਹੈ ਕਿਹੜੀ ਇਲੈਕਟ੍ਰੋਨ ਸਪਿਨ ਰੈਜ਼ੋਨੈਂਸ ਮੈਥਡ ਹੈ, ਜਿਸ ਮਾਡਰਨ ਐਂਡ ਮੋਸਟ ਐਕੂਰੇਟ ਟੈਕਨੀਕ, ਸਭ ਤੋਂ ਬੈਸਟ ਹੈ ਔਰ ਮੋਸਟ ਐਕੂਰੇਟ ਟੈਕਨੀਕ ਹੈ। ਨੈਕਸਟ ਦੇਖੋ ਆਰਕਿਓਪਟੈਰਿਕਸ। ਆਰਕਿਓਪਟੈਰਿਕਸ ਜਿਹੜਾ ਇਹ ਲਿੰਕ ਹੈ ਕਿਤੇ ਕਿਤੇ ਵਿੱਚ, ਇਹ ਰੈਪਟਾਈਲਨ, ਇਹਦੇ ਵਿੱਚ ਰੈਪਟਾਈਲਨ ਕਰੈਕਟਰ ਵੀ ਸੀ ਔਰ ਕਿਹੜੇ ਵਾਲੇ ਐਵੀਅਨ ਕਰੈਕਟਰ ਵੀ ਹੈ। ਐਵੀਅਨ ਕਰੈਕਟਰ ਕੀ ਹੁੰਦਾ, ਬਰਡਸ ਦੀ ਗੱਲ ਕਰ ਰਹੇ ਬਰਡਸ। ਔਰ ਇੱਧਰ ਕਿਹਦੀ ਗੱਲ ਕਰੀਏ ਆਪਾਂ ਰੈਪਟਾਈਲ, ਲਾਈਕ ਕ੍ਰੋਕੋਡਾਈਲ ਹੋ ਗਿਆ, ਕ੍ਰੋਕੋਡਾਈਲ ਜਾਂ ਫਿਰ ਕੋਈ ਹੋਰ ਰੈਪਟਾਈਲ ਹੋ ਗਏ, ਲਿਜ਼ਾਰਡ ਹੋ ਗਈ। ਰੈਪਟਾਈਲ ਦੇ ਵਿੱਚ ਕਿਹੜੇ ਕਿਹੜੇ ਆਣਗੇ, ਕ੍ਰੋਕੋਡਾਈਲ ਵੀ ਆਂਦਾ, ਔਰ ਕ੍ਰੋਕੋਡਾਈਲ ਐਮਫੀਬੀਅਨ ਵਿੱਚ ਵੀ ਆ। ਔਰ ਇੱਦਾਂ ਦੇ ਕਿ ਲਾਰਜ ਵਾਲੇ ਜਿਹੜੇ ਪਹਿਲਾਂ ਮੌਜੂਦ ਸੀ ਰੈਪਟਾਈਲਨ, ਉਹ ਕਰੈਕਟਰ ਇਸ ਦੇ ਵਿੱਚ ਮਿਲਦੇ ਔਰ ਬਰਡ ਵਾਲੇ ਕਰੈਕਟਰ ਵੀ ਆ ਗਏ। ਦੇਖੋ ਐਵੋਲੂਸ਼ਨ ਹੁੰਦੇ ਹੁੰਦੇ ਕੀ ਹੋਇਆ ਕਿ ਰੈਪਟਾਈਲ ਹੌਲੀ ਹੌਲੀ ਬਰਡ ਦੇ ਵਿੱਚ ਚੇਂਜ ਹੋਇਆ, ਲੇਕਿਨ ਇਨ ਬਿਟਵੀਨ ਇੱਕ ਸਟੇਜ ਆਈ ਬਰਡਸ ਐਂਡ ਰੈਪਟਾਈਲਨ ਦੇ, ਉਹ ਕਿਹੜੇ ਵਾਲੀ ਆ ਆਰਕਿਓਪਟੈਰਿਕਸ। ਔਰ ਇਹ ਮਿਲਿਆ ਕਦੋਂ, ਜੁਰਾਸਿਕ ਪੀਰੀਅਡ। ਜੁਰਾਸਿਕ ਪੀਰੀਅਡ ਅੱਜ ਤੋਂ ਬਹੁਤ ਪਹਿਲਾਂ ਸਮੇਂ ਦੀ ਗੱਲ ਆ ਕਿ ਜੁਰਾਸਿਕ ਪੀਰੀਅਡ ਆਪਾਂ ਸਾਰੇ ਐਰਾ ਵੀ ਕਰਾਂਗੇ ਔਰ ਐਰਾ ਦੇ ਵਿੱਚ ਚੱਲੇ ਹੋਏ ਪੀਰੀਅਡ ਦੀ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕੀ ਆਇਆ, ਦੈਨ ਕਿਹੜੇ ਵਾਲੀ ਚੀਜ਼ ਬਣੀ, ਉਸ ਤੋਂ ਬਾਅਦ ਕਿਹੜੇ ਵਾਲੇ, ਆਪਾਂ ਸਾਰੇ ਦੇਖਾਂਗੇ। ਤੇ ਕਨੈਕਟਿਵ ਲਿੰਕ ਹੈ ਜਿਹੜਾ ਇਸ ਟਾਈਮ ਮੌਜੂਦ ਨਹੀਂ ਹੈ, ਕਿਤੇ ਕਿਤੇ ਵਿੱਚ ਹੈ ਬਰਡਸ ਐਂਡ ਰੈਪਟਾਈਲ ਦੇ ਵਿੱਚ। ਬਰਡਸ ਐਂਡ ਰੈਪਟਾਈਲ ਦੇ ਵਿੱਚ ਆਰਕਿਓਪਟੈਰਿਕਸ ਇੱਕ ਲਿੰਕ ਹੈ, ਜਿਹਦੇ ਆਰਕਿਓਪਟੈਰਿਕਸ ਦੇ ਵਿੱਚ ਦੋਨੋਂ ਤਰ੍ਹਾਂ ਦੇ ਕਰੈਕਟਰ ਮੌਜੂਦ ਹੈ, ਰੈਪਟਾਈਲਨ ਕਰੈਕਟਰ ਵੀ ਔਰ ਐਵੀਅਨ ਕਰੈਕਟਰ ਵੀ ਹੈ। ਔਰ ਇਹ ਡਿਸਕਵਰ ਕਿੰਨੇ ਕਰਿਆ ਸੀ ਇਹਦਾ ਫੋਸਿਲਸ, ਐਂਡਰੀਅਸ ਵੈਗਨਰ ਨੇ ਕਰਿਆ। ਕਿੱਥੋਂ ਹੈ, ਬਵੇਰੀਆ ਜਰਮਨੀ। ਔਰ ਇਹ ਰੌਕ ਕਦੋਂ ਦੀ ਹੈ, ਜਦੋਂ ਫਾਊਂਡ ਹੋਇਆ ਜੁਰਾਸਿਕ ਪੀਰੀਅਡ ਦੀ ਹੈ। ਜੁਰਾਸਿਕ ਪੀਰੀਅਡ ਉਹ ਵਾਲਾ ਜਦੋਂ ਗੋਲਡਨ ਏਜ ਸੀਗੀ, ਗੋਲਡਨ ਏਜ ਆਫ ਡਾਇਨਾਸੋਰ। ਡਾਇਨਾਸੋਰਸ ਦੀ ਗੋਲਡਨ ਏਜ ਸੀ ਜਿਸ ਸਮੇਂ ਜੁਰਾਸਿਕ ਪੀਰੀਅਡ ਚੱਲ ਰਿਹਾ ਸੀ। ਤਾਂ ਉਸ ਸਮੇਂ ਰੈਪਟਾਈਲਨ ਵੀ ਐਵੋਲੂਟ ਕਰ ਰਹੇ ਸੀ ਕਿਤੇ ਵਿੱਚ, ਬਰਡਸ ਦੇ ਵਿੱਚ। ਤਾਂ ਇਹਨਾਂ ਦੇ ਵਿੱਚ ਕਰੈਕਟਰ ਰੈਪਟਾਈਲਨ ਕਰੈਕਟਰ ਦੇਖਦੇ ਆ ਕਿਹੜੇ ਕਿਹੜੇ ਸੀ ਔਰ ਐਵੀਅਨ ਵਾਲੇ ਕਰੈਕਟਰ ਕਿਹੜੇ ਸੀ, ਬਰਡਸ ਵਾਲੇ ਕਰੈਕਟਰ। ਤਾਂ ਲੌਂਗ ਟੇਲ ਵਿਦ ਪ੍ਰੀ ਕੋਡੇਲ ਵਰਟੇਬ੍ਰੇਟ, ਇਹ ਇੱਕ ਕਰੈਕਟਰ ਸੀ ਇਹਦੇ ਵਿੱਚ ਜੋ ਕਿਹੜੇ ਵੇਲੇ ਲੰਬੀ ਪੂਛ ਸੀ ਔਰ ਇਹਦੇ ਕੋਰਡੀਅਲ ਵਰਟੇਬ੍ਰੇਟ ਸੀਗੇ। ਔਰ ਦੂਸਰੀ ਤਰਫ ਬਰਡ ਵਾਲੇ ਕਿਹੜੇ ਕਰੈਕਟਰ ਸੀ, ਪ੍ਰੈਜ਼ੈਂਸ ਆਫ ਏ ਫੀਦਰ ਔਨ ਦੀ ਬੋਡੀ, ਔਰ ਇਹਦੇ ਉੱਪਰ ਪੰਖ ਵੀ ਆ ਗਏ ਸੀ, ਜੋ ਇੱਕ ਐਵੀਅਨ ਕਰੈਕਟਰ ਹੈ ਜਾਂ ਬਰਡ ਦੇ ਨਾਲ ਦਾ ਮਿਲਦਾ ਜੁਲਦਾ ਕਰੈਕਟਰ ਹੈ। ਬੋਨਸ ਆਰ ਨਾਟ ਨੋਮੈਟਿਕ। ਨੋਮੈਟਿਕ ਕਿਹੜੇ ਵਾਲੀਆਂ ਹੁੰਦੀਆਂ, ਜਿਹੜੀਆਂ ਹਾਲੋ ਬੋਨਸ ਹੁੰਦੀਆਂ, ਜਿਹੜੀਆਂ ਅੰਦਰੋਂ ਖਾਲੀ ਹੁੰਦੀਆਂ, ਔਰ ਲਾਈਟ ਬੋਨ ਹੁੰਦੀਆਂ, ਜਿਹੜੀ ਇੱਕ ਤਰ੍ਹਾਂ ਦਾ ਐਵੀਅਨ ਕਰੈਕਟਰ ਹੈ, ਲੇਕਿਨ ਇਹਦੇ ਵਿੱਚ ਰੈਪਟਾਈਲਨ ਕਰੈਕਟਰ ਹੋਣ ਕਰਕੇ ਇਹ ਨੋਮੈਟਿਕ ਨਹੀਂ ਸੀ, ਖਾਲੀ ਵਿੱਚ ਖੋਖਲੀਆਂ ਨਹੀਂ ਸੀ। ਲੇਕਿਨ ਜਾ ਵਰ ਮੋਡੀਫਾਈਡ ਇਨਟੂ ਬੀਕ, ਜਿਹੜਾ ਉਹਨਾਂ ਜਾ ਸੀ ਉਹਦੇ 'ਚ ਕੀ ਹੋ ਗਿਆ, ਉਹ ਬੀਕ ਦੇ ਵਿੱਚ ਚੇਂਜ ਹੋ ਗਿਆ, ਉਹਦੀ ਚੋਂਚ 'ਚ ਬਦਲ ਗਿਆ ਜੋ ਜਾ ਸੀ। ਪ੍ਰੈਜ਼ੈਂਸ ਆਫ ਵੀਕ ਸਟਰਨਮ, ਲੇਕਿਨ ਇਹਦੇ 'ਚ ਕੀ ਸੀ, ਫੋਰ ਲਿੰਬ ਜਿਹੜੀਆਂ ਸੀ ਉਹ ਮੋਡੀਫਾਈਡ ਹੋ ਗਈਆਂ ਸੀ ਵਿੰਗ ਦੇ ਵਿੱਚ, ਰਿਡਿਊਸ ਹੋ ਕੇ ਕਿਤੇ 'ਚ ਚੇਂਜ ਹੋ ਗਈਆਂ ਸੀ, ਵਿੰਗ ਦੇ ਵਿੱਚ ਹੋ ਗਈਆਂ ਸੀ, ਜੋ ਫੋਰ ਲਿੰਬ ਸੀ। ਔਰ ਟਿਥ ਜਿਹੜੇ ਹੈਗੇ ਸੀ ਇੱਧਰ ਪ੍ਰੈਜ਼ੈਂਟ ਸੀ ਜਾ ਦੇ ਵਿੱਚ, ਟਿਥ ਪ੍ਰੈਜ਼ੈਂਟ ਨੇ ਜੋ
The hind limb were built in the typical avian plane। ਤਾਂ ਇਹ ਕਾਮਨ ਕਰੈਕਟਰ ਸੀ। ਬਸ ਤੁਸੀਂ ਇਹ ਦੇਖਣਾ ਕਿ ਰੈਪਟਾਈਲ ਔਰ ਇਹਨਾਂ ਦੇ ਵਿੱਚ ਕਿਹੜੇ ਵਾਲੇ ਲਿੰਕ ਆ। ਰੈਪਟਾਈਲ ਐਂਡ ਬਰਡਸ ਦੇ ਵਿੱਚ ਲਿੰਕ ਆ ਆਰਕਿਓਪਟੈਰਿਕਸ, ਔਰ ਕੁਝ ਕਾਮਨ ਕਰੈਕਟਰ ਆਪਾਂ ਨੂੰ ਦੇ ਰੱਖੇ ਆ ਕਿ ਇਹਦੇ ਚੋਚ ਦੇ ਵਿੱਚ ਵੀ ਕੀ ਆ, ਇੱਕ ਤਰ੍ਹਾਂ ਦਾ ਤੁਹਾਨੂੰ ਜੌ ਦੇਖਣ ਨੂੰ ਮਿਲੇਗਾ। ਇਸ ਦੀ ਬੀਕ ਤਾਂ ਹੈ, ਲੇਕਿਨ ਬੀਕ ਦੇ ਵਿੱਚ ਕੀ ਹੈ, ਤੁਹਾਨੂੰ ਟਿੱਥ ਵੀ ਦੇਖਣ ਨੂੰ ਮਿਲਣਗੇ। ਦੇਖੋ ਆਪਾਂ ਹੁਣੇ ਦੇਖਦੇ ਹਾਂ ਇਸਦੇ ਸਟਰਕਚਰ ਦੇ ਰੱਖੀ ਅੱਗੇ। ਆ ਦੇਖੋ ਬੀਕ, ਬੀਕ ਦੇ ਵਿੱਚ ਟਿੱਥ ਵੀ ਮੌਜੂਦ ਆ। ਇੱਥੇ ਬੀਕ ਦੇ ਰੱਖੀ, ਬੀਕ ਦੇ ਵਿੱਚ ਕੀ ਹੈ, ਟਿੱਥ ਦੀ ਵੀ ਐਗਜ਼ਿਸਟੈਂਸ ਹੈ। ਲੇਕਿਨ ਅੱਜ ਦੇ ਆਪਾਂ ਜੋ ਦੇਖਦੇ ਹਾਂ ਬਰਡਸ, ਇਹ ਸਾਰੇ ਦਾ ਸਾਰਾ ਕੀ ਆਪਾਂ ਨੂੰ ਮਿਲਿਆ ਹੋਇਆ ਇੱਕ ਤਰ੍ਹਾਂ ਦਾ ਆਰਕਿਓਪਟੈਰਿਕਸ ਦਾ ਜੋ ਰਿਮੇਨਸ ਹੈ। ਨੈਕਸਟ ਹੈ ਐਵੋਲੂਸ਼ਨ ਜਾਂ ਫਿਰ ਪੈਡਿਗਰੀ ਆਫ ਹੋਰਸ। ਹੋਰਸ ਦੇ ਵਿੱਚ ਕਿੱਦਾਂ ਐਵੋਲੂਸ਼ਨ ਹੋਈ ਹੈ, ਸੀ ਮਾਰਸ਼ ਨੇ ਕਰੀ ਹੈ। ਬਸ ਇਹਦੇ ਚ ਇੰਨਾ ਹੀ ਕਰ ਲਓ, ਸੀ ਮਾਰਸ਼। ਐਵੋਲੂਸ਼ਨ ਆਫ ਜਾਂ ਫਿਰ ਪੈਡਿਗਰੀ ਆਫ ਹੋਰਸ ਕਿਹਨੇ ਕਰੀ ਹੈ, ਸੀ ਮਾਰਸ਼ ਨੇ। ਤਾਂ ਆ ਸਾਰੇ ਦਾ ਸਾਰਾ ਦੇ ਰੱਖਿਆ ਕਿ ਕਿੱਦਾਂ ਇਸ ਦੇ ਵਿੱਚ ਇਕੋਸੀਨ, ਲਿਗੋਸੀਨ, ਇਹ ਇੱਕ ਤਰ੍ਹਾਂ ਦਾ ਕਿਹੜੇ ਵਾਲਾ ਕੰਜੋਇਕ ਪੀਰੀਅਡ ਚੱਲਿਆ। ਕੰਜੋਇਕ ਪੀਰੀਅਡ ਜਿਸ ਦੇ ਵਿੱਚ ਹਿਊਮਨ ਵੀ ਇਵੋਲਵਡ ਹੋਏ ਆ। ਤਾਂ ਇਹ ਸਾਰੀ ਚੀਜ਼ ਕਿਹੜੀ ਵਾਲੀ ਹੈ, ਇਹ ਉਹ ਸਾਰੇ ਐਪੀਸੋਡਸ ਦੇ ਰੱਖੇ ਆ ਜਿੱਦਾਂ ਜਿੱਦਾਂ ਹਿਊਮਨ ਇਵੋਲਵਡ ਹੋਏ ਆ ਪ੍ਰਾਈਮਾਈਟਸ ਤੋਂ। ਤਾਂ ਇਹ ਉਹ ਵਾਲੇ ਪੀਰੀਅਡ ਦੇ ਰੱਖੇ। ਤਾਂ ਉੱਦਾਂ ਹੀ ਕੀ ਸੀ, ਪਹਿਲਾਂ ਫੋਕਸ ਲਾਈਕ ਹੋਰਸ ਸੀਗਾ, ਫਿਰ ਸ਼ਿਪ ਲਾਈਕ ਬਣਿਆ ਜਿਸ ਨੂੰ ਨਾਮ ਦਿੱਤਾ ਮੀਜ਼ੋਹਿਪਸ। ਐਪੀਹਿਪਸ ਕਦੋਂ ਸੀ, ਇਕੋਸੀਨ ਦੇ ਵਿੱਚ। ਲਿਗੋਸੀਨ ਦੇ ਵਿੱਚ ਹੋਰਸ ਦੀ ਜਿਹੜੀ ਹੋ ਗਈ ਸ਼ਿਪ ਲਾਈਕ ਹੋ ਗਿਆ। ਫਿਰ ਕਿਹਦੇ ਤਰ੍ਹਾਂ ਹੋ ਗਿਆ, ਮੈਰੀਕਿਪਸ। ਮੈਰੀਕਿਪਸ ਡੋਂਕੀ ਲਾਈਕ ਹੋ ਗਿਆ। ਕਦੋਂ ਹੋਇਆ ਹੈ, ਮੀਓਸੀਨ ਦੇ ਵਿੱਚ। ਆ ਮਿਲੀਅਨ ਈਅਰਸ ਆਪਣੇ ਹਾਈਟ ਦੇ ਰੱਖੀ ਕਿੰਨੀ ਕਿੰਨੀ ਹੈ, ਹਾਈਟ ਵੀ ਇੰਕਰੀਜ਼ ਹੋ ਰਹੀ ਦੇਖੋ। ਫਿਰ ਅੱਗੇ ਆ ਗਿਆ ਪਲੀਓਹਿਪਸ। ਕਦੋਂ ਹੋਇਆ, ਇਹ ਹੋਇਆ ਪਲੀਓਸੀਨ ਦੇ ਵਿੱਚ। ਔਰ ਨੈਕਸਟ ਹੈ ਜੋ ਅੱਜ ਦਾ ਮਾਡਰਨ ਆਪਣੇ ਕੋਲ ਹੋਰਸ ਹੈ, ਉਹਨੂੰ ਆਪਾਂ ਕੀ ਕਹਿੰਦੇ ਆ, ਇਕਿਊਸ। ਔਰ ਇਹ ਕਦੋਂ ਹੈ, ਪਲੀਸਟੋਸੀਨ। ਪਲੀਸਟੋਸੀਨ ਦੇ ਵਿੱਚ ਹਿਊਮਨ ਜਿਹੜਾ ਮਾਡਰਨ ਹਿਊਮਨ ਹੈ ਉਸਦੀ ਐਵੋਲੂਸ਼ਨ ਕਦੋਂ ਹੋਈ ਹੈ, ਪਲੀਸਟੋਸੀਨ ਦੇ ਵਿੱਚ ਹੋਈ ਹੈ। ਔਰ ਜਿਹੜਾ ਹੋਰਸ ਹੈ ਉਹ ਵੀ ਫੁੱਲੀ ਇਵੋਲਵਡ ਕਦੋਂ ਹੋਇਆ, ਇਕਿਊਸ ਦੇ ਵਿੱਚ। ਤਾਂ ਇਸਦੇ ਸਾਈਜ਼ ਐਨਲਾਰਜਮੈਂਟ ਹੁੰਦਾ ਗਿਆ ਫੋਕਸ ਲਾਈਕ ਤੋਂ ਲੈ ਕੇ ਕਦੋਂ ਹੋਇਆ, ਹੁਣ ਮਾਡਰਨ ਜੋ ਹੋਰਸ ਹੈ ਉਸ ਦੇ ਵਿੱਚ ਅਪੀਅਰੈਂਸ ਹੋ ਗਈ ਹੈ। ਇਹ ਸੀ ਐਵੋਲੂਸ਼ਨ ਜੋ ਹੋਰਸ ਦੇ। ਡੋਂਕੀ ਫੋਕਸ ਲਾਈਕ ਤੋਂ ਸ਼ੁਰੂ ਹੋ ਕੇ ਕਿੱਥੋਂ ਹੋ ਗਿਆ ਹੁਣ ਮਾਡਰਨ ਹੋਰਸ, ਜਿਸ ਦੀ ਹਾਈਟ ਕਿੰਨੀ ਹੈ 160 ਸੈਂਟੀਮੀਟਰ, ਜੋ ਪਹਿਲਾਂ ਵਾਲੇ ਹੋਰਸ ਤੋਂ ਕਾਫੀ ਜ਼ਿਆਦਾ ਵੱਡੀ ਹੈ। ਔਰ ਇਸ ਦੀ ਨੈਕ ਦੇਖੋ, ਨੈਕ ਜੋ ਹੈ ਉਹ ਵੀ ਲੈਂਥ ਇੰਕਰੀਜ਼ ਹੋ ਗਈ ਔਰ ਹਾਈਟ ਵੀ ਇੰਕਰੀਜ਼ ਹੋ ਗਈ। ਤੇ ਦੋਨੋਂ ਚੀਜ਼ਾਂ ਡਿਊਰਿੰਗ ਐਵੋਲੂਸ਼ਨ ਦਾ ਹੀ ਪਾਰਟ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਅੱਗੇ ਜਿਓਲੋਜੀਕਲੀ ਟਾਈਮ ਸਕੇਲ ਦੇ ਰੱਖੇ ਆਪਣੇ ਕੋਲ ਕਿ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਵਾਲੇ ਪੀਰੀਅਡ ਐਰਾ ਹੈ, ਉਸ ਅਕੋਰਡਿੰਗ ਕਿ ਕਿੱਦਾਂ ਕਿੱਦਾਂ ਅਰਥ ਦੇ ਉੱਪਰ ਐਗਜ਼ਿਸਟੈਂਸ ਹੋਏ ਡਿਫਰੈਂਟ ਟਾਈਪ ਦੇ ਆਰਗੇਨਿਜ਼ਮ ਦੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਰਾ। ਐਰਾ ਹੈ ਇੱਕ ਪੂਰਾ ਜੋ ਲੌਂਗ ਟਾਈਮ ਜਾਂ ਲੌਂਗ ਟਰਮ ਜਿਹੜੀ ਪੀਰੀਅਡ ਚੱਲਿਆ, ਤਾਂ ਉਸਨੂੰ ਆਪਾਂ ਐਰਾ ਕਹਿੰਦੇ। ਐਰਾ ਅੱਗੇ ਪੀਰੀਅਡ ਦੇ ਵਿੱਚ ਡਿਵਾਈਡ ਕਰਿਆ ਹੋਇਆ, ਔਰ ਪੀਰੀਅਡ ਅੱਗੇ ਈਪੋਚਸ ਦੇ ਵਿੱਚ, ਔਰ ਦੈਨ ਫਿਰ ਕੀ ਆ, ਲਾਈਫ ਦੀ ਫਾਰਮ ਆਈ ਹੈ। ਤਾਂ ਆਪਾਂ ਦੇਖਾਂਗੇ ਕਿਹੜੇ ਵਾਲਾ ਐਰਾ ਦੇ ਵਿੱਚ ਕਿਹੜੇ ਵਾਲਾ ਪੀਰੀਅਡ ਚੱਲ ਰਿਹਾ ਸੀ, ਜਿਸ ਦੇ ਵਿੱਚ ਕਿਹੜੇ ਵਾਲੀ ਚੀਜ਼ ਆਪਣੇ ਕੋਲ ਮੌਜੂਦ ਹੋਈ। ਤਾਂ ਇਸ ਦੇ ਵਿੱਚ ਇੱਕ ਟ੍ਰਿਕ ਯਾਦ ਰੱਖਣੀ ਤੁਸੀਂ, ਆਪ ਪਾਲਾ ਮੈਂ ਕੌਣ, ਆਪ ਪਾਲਾ ਮੈਂ ਕੌਣ। ਤੇ
ए ते अपने कोल की है अजोइक, सैकेंड ए ते आर्कोजोइक, पी ते अपने कोल प्रोटोजोइक, नेक्स्ट पी ते पैलेजोइक, और एम ते की आएगा मीसोजोइक, ते कौन ते अपने कोल ਕੋਨੋਜ਼ੋਇਕ। ਤਾਂ ਇਹ ਸਾਰੇ ਪੀਰੀਅਡ ਜਿਹੜੇ ਐਰਾ ਆਏ ਆ, ਤਾਂ ਇਹ ਸਭ ਤੋਂ ਪਹਿਲਾਂ ਆਪਾਂ ਐਰਾ ਦੇਖਦੇ ਹਾਂ। ਸਭ ਤੋਂ ਲੋਅਰ ਵਾਲਾ ਅਜ਼ੋਇਕ। ਅਜ਼ੋਇਕ ਦੇ ਵਿੱਚ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਅਰਥ ਤੇ ਲਾਈਫ ਐਗਜ਼ਿਸਟ ਨਹੀਂ ਕਰੀ ਸੀ, ਜਸਟ ਉਹ ਕੈਮੀਕਲ ਐਵੋਲਿਊਸ਼ਨ ਹੀ ਚੱਲ ਰਹੀ ਸੀ। ਤੇ ਕੈਮੀਕਲ ਐਵੋਲਿਊਸ਼ਨ ਹੁੰਦੇ ਜੋ ਆਪਾਂ ਆਲਰੇਡੀ ਕਰਕੇ ਆਏ ਕਿ ਕਿੱਦਾਂ ਕੈਮੀਕਲੀ ਪਹਿਲਾਂ ਹੋਈ ਫਿਰ ਆਰਗੈਨਿਕ ਹੋਈ, ਤੇ ਕੈਮੀਕਲ ਐਵੋਲਿਊਸ਼ਨ ਹੀ ਚੱਲ ਰਹੀ ਸੀ ਅਜ਼ੋਇਕ ਪੀਰੀਅਡ ਦੇ ਵਿੱਚ। ਨੈਕਸਟ ਹੈ ਆਰਕੋਜ਼ੋਇਕ। ਆਰਕੋਜ਼ੋਇਕ ਦੇ ਵਿੱਚ ਕੀ ਹੋਇਆ, ਆਪਣੇ ਕੋਲ ਪ੍ਰੋਕੈਰੀਓਟ ਓਰੀਜੀਨੇਟ ਹੋ ਚੁੱਕਿਆ ਸੀ, ਉਹ ਡੋਮੀਨੈਂਟ ਏਰਾ ਸੀ। ਔਰ ਲੇਕਿਨ ਕਿਸੇ ਤਰ੍ਹਾਂ ਦੀ ਲਾਈਫ, ਕਿਉਂਕਿ ਪ੍ਰੋਟੋਜ਼ੋਇਕ ਇੱਕ ਬੈਕਟੀਰੀਆ ਲਾਈਕ ਸੀ, ਲੇਕਿਨ ਆਪਾਂ ਨੂੰ ਕਿਸੇ ਤਰ੍ਹਾਂ ਦਾ ਐਰਾ ਆਫ ਇਨਵਿਜ਼ੀਬਲ ਲਾਈਫ ਤਾਂ ਆ ਗਈ ਸੀ, ਲੇਕਿਨ ਕੀ ਸੀ ਉਹ ਇਨਵਿਜ਼ੀਬਲ ਸੀ। ਪ੍ਰੋਕੈਰੀਓਟ ਓਰੀਜਿਨੇਟ ਹੋ ਗਿਆ, ਲੇਕਿਨ ਕਿਸੇ ਤਰ੍ਹਾਂ ਦਾ ਦਿਖ ਨਹੀਂ ਰਹੇ ਸੀ, ਔਰ ਯੂਕੈਰੀਓਟ ਵੀ ਕੀ ਹੋ ਗਏ ਸੀ, ਆਲਸੋ ਇਵੋਲਵਡ। ਆਰਕੀਜੋਇਕ ਦੇ ਵਿੱਚ ਕੀ ਹੋ ਗਿਆ, ਬੈਕਟੀਰੀਆ ਵੀ ਆ ਗਿਆ ਔਰ ਯੂਕੈਰੀਓਟ ਵੀ ਆ ਗਏ ਸੀ। ਨੈਕਸਟ ਆਪਣੇ ਕੋਲ ਪ੍ਰੋਟੋਜ਼ੋਇਕ। ਪ੍ਰੋਟੋਜ਼ੋਇਕ ਦੇ ਵਿੱਚ ਕੀ ਹੈ, origin of ਪ੍ਰੋਟੋਜ਼ੋਆ। ਪ੍ਰੋਟੋਜ਼ੋਇਕ ਤੋਂ origin of ਪ੍ਰੋਟੋਜ਼ੋਆ, ਸਪੰਜਸ, ਸਿਲੈਂਟਰੇਟ, ਐਨੀਲੀਡਸ, ਮਲਸਕ, ਇਹ ਸਾਰੀਆਂ ਚੀਜ਼ਾਂ ਕੀ ਹੋ ਗਈਆਂ ਸੀ, ਇਵੋਲਵ ਹੋ ਚੁੱਕੀਆਂ ਸੀ। ਕਿ ਕਦੋਂ ਹੋਈਆਂ, ਇਹ ਕਿਹੜੇ ਵਾਲੀ ਹੈ, ਪ੍ਰੋਟੋਜ਼ੋਇਕ। ਔਰ ਜਿਹੜੀ ਫਸਟ ਲਾਈਫ ਐਗਜ਼ਿਸਟ ਹੋਈ ਹੈ ਉਹ ਓਸ਼ਨਸ ਦੇ ਵਿੱਚ ਹੀ ਹੋਈ ਸੀ। ਓਸ਼ਨਸ ਦੇ ਵਿੱਚ ਯਾਦ ਰੱਖਣਾ ਕਿ ਫਸਟ ਲਾਈਫ ਜਿਹੜੀ ਹੈ ਐਗਜ਼ਿਸਟੈਂਸ ਜਾਂ origin ਹੋਇਆ ਸੀ ਉਹ ਓਸ਼ਨਸ ਦੇ ਵਿੱਚ ਹੋਇਆ ਸੀ, ਯੂਕੈਰੀਓਟ ਵੀ ਓਸ਼ਨਸ ਦੇ ਵਿੱਚ। ਔਰ ਪ੍ਰੋਟੋਜ਼ੋਇਕ ਜਿਹੜੇ ਆ ਸਪੰਜ, ਜੇ ਪ੍ਰੋਟੋਜ਼ੋਨ ਹੈ ਇਹ ਵੀ ਓਸ਼ਨਸ ਦੇ ਵਿੱਚ ਆ, ਸਪੰਜਸ ਵੀ ਓਸ਼ਨ ਦੇ ਵਿੱਚ ਦੇਖਣ ਨੂੰ ਮਿਲਦੇ ਆ। ਸੈਲੈਂਟਰੇਟ, ਐਨੀਲੀਡਸ ਦੇ ਵਿੱਚ ਆਪਾਂ ਨੂੰ ਕੀ ਮਿਲਦੇ ਆ, ਅਰਥਵਰਮ ਹੋਗਾ। ਅਰਥਵਰਮ। ਮਲਸਕ ਦੇ ਵਿੱਚ ਵੱਡੇ ਵਾਲੇ ਜਿਹੜੇ ਸ਼ੰਖ ਵਾਲੇ ਹੁੰਦੇ ਆ ਜੀਵ, ਉਹ ਮਲਸਕ ਹੁੰਦੇ ਆ, ਜਿਨ੍ਹਾਂ ਦੇ ਉੱਪਰ ਸ਼ੈਲ ਬਣਿਆ ਹੁੰਦਾ, ਉਹ ਮਲਸਕ ਚ ਆਉਂਦੇ ਆ। ਨੈਕਸਟ ਆਪਣੇ ਕੋਲ ਪੀ ਤੇ ਪੈਲੋਜ਼ੋਇਕ। ਪੈਲੋਜ਼ੋਇਕ ਦੇ ਵਿੱਚ ਪੇੜ ਬਹੁਤ ਸਾਰੇ ਹੈਗੇ ਆ, ਤਾਂ ਆਪਾਂ ਪੇੜ ਦੇਖਦੇ ਹਾਂ। ਤਾਂ ਸਾਰੇ ਪੇੜ 1 ਬਾਏ 1 ਡਿਸਕਸ ਕਰਦੇ ਹਾਂ ਆਪਾਂ, ਲੇਕਿਨ ਇਸ ਦੇ ਵਿੱਚੋਂ ਜੋ ਮੇਨ ਹੈ ਉਹ ਕਿਹੜੇ ਵਾਲਾ ਹੈਗਾ ਆਪਣੇ ਕੋਲ, ਉਹ ਆਪਣੇ ਕੋਲ ਓਡੋਵਿਸੀਅਨ। ਓਡੋਵਿਸੀਅਨ ਦੇ ਵਿੱਚ ਕੀ ਹੈ ਕਿ ਜਿਹੜੀ ਜਾਲਸ ਫਿਸ਼ਿਸ ਆ ਉਹ ਆ ਚੁੱਕੀਆਂ ਸੀਗੀਆਂ। origin of ਜਾਲਸ ਫਿਸ਼ਿਸ, ਫਸਟ ਵਰਟੇਬ੍ਰੇਟ ਹੈ। ਫਸਟ ਵਰਟੇਬ੍ਰੇਟ ਕਦੋਂ ਆਪਣੇ ਕੋਲ ਆਇਆ, ਓਡੋਵਿਸੀਅਨ ਜਿਹੜਾ ਪੀਰੀਅਡ ਸੀ ਪੈਲੋਜ਼ੋਇਕ ਦਾ, ਤਾਂ ਉਸ ਦੇ ਵਿੱਚ ਫਸਟ ਵਰਟੇਬ੍ਰੇਟ ਫਾਰਮ ਹੋਇਆ ਸੀ, ਜਿਸ ਨੂੰ ਆਪਾਂ ਕਹਿ ਦਿੱਤਾ origin of chordate। origin of chordate ਕਿਹੜੇ ਵਾਲੇ ਹੋਣਗੇ, ਜਿਹੜੇ ਵਰਟੇਬ੍ਰੇਟਸ ਹੁੰਦੇ ਆ ਉਸ ਨੂੰ ਆਪਾਂ ਵਰਟੇਬ੍ਰੇਟ ਵਾਲੇ ਜਿਹੜੇ ਜੀਵ ਹੈ ਜਾਂ ਆਰਗੇਨਿਜ਼ਮ ਹੈ ਉਸ ਨੂੰ ਆਪਾਂ ਕੋਡੇਟ ਕਹਿੰਦੇ ਆ। ਔਰ ਫਸਟ ਕੋਡੇਟ ਜਿਹੜਾ ਆਇਆ ਸੀ ਉਹ ਕਿਹੜੇ ਵਾਲੀ ਏਜ ਦੇ ਵਿੱਚ ਆਇਆ ਸੀ, ਕਿਹੜੇ ਵਾਲੇ ਪੀਰੀਅਡ ਚ ਆਇਆ ਸੀ, ਓਰਡੋਵਿਸੀਅਨ। ਨੈਕਸਟ ਤੁਸੀਂ ਦੇਖੋ, ਜੋ ਓਰਡੋਵਿਸੀਅਨ ਚੱਲ ਰਿਹਾ ਸੀ ਉਦੋਂ ਜੀਐਂਟ ਮਲਸਕ ਕੀ ਕਰ ਰਹੇ ਸੀ, ਅਰਥ ਦੇ ਉੱਪਰ ਡੋਮੀਨੇਟ ਕਰ ਰਹੇ ਸੀ ਦੂਸਰੇ ਆਰਗੇਨਿਜ਼ਮ। ਮਤਲਬ ਸਭ ਤੋਂ ਮੈਕਸਿਮਮ ਜਿਹੜੇ ਨੰਬਰ ਦੇ ਵਿੱਚ ਸੀ ਜਾਂ ਸਭ ਤੋਂ ਜ਼ਿਆਦਾ ਡੋਮੀਨੇਟ ਕਿਹੜੇ ਵਾਲੀ ਕੈਟੇਗਰੀ ਸੀ, ਜੀਐਂਟ ਮਲਸਕ। ਔਰ ਨੈਕਸਟ ਤੁਸੀਂ ਕਰਨਾ ਡੈਮਨੀਅਨ। ਡੈਮਨੀਅਨ ਕਿਹੜੇ ਵਾਲੀ ਏਜ ਹੈ, ਗੋਲਡਨ ਏਜ ਆਫ ਫਿਸ਼ਿਸ। ਇਸ ਏਜ ਦੇ ਵਿੱਚ ਜਾਂ ਇਸ ਪੀਰੀਅਡ ਦੇ ਵਿੱਚ ਫਿਸ਼ਿਸ ਬਹੁਤ ਜ਼ਿਆਦਾ ਹੋ ਗਏ ਸੀ। ਫਿਸ਼ਿਸ ਵਰ ਡੋਮੀਨੇਟ ਐਂਡ origin ਆਫ ਐਮਫੀਬੀਅਨ। ਫਿਸ਼ਿਸ ਕਿਹਦੇ ਵਿੱਚ ਕਰ ਰਹੇ ਸੀ ਡੋਮੀਨੇਟ, ਡੈਮਨੀਅਨ ਦੇ ਵਿੱਚ। ਔਰ ਇਹੀ ਪੀਰੀਅਡ ਸੀ ਜਦੋਂ ਐਮਫੀਬੀਅਨ ਦੇ ਵੀ ਕੀ ਹੋਏ ਆ, origin ਹੋਇਆ। ਐਮਫੀਬੀਅਨ ਦਾ origin ਕਦੋਂ ਹੋਇਆ, ਡੈਮਨੀਅਨ ਪੀਰੀਅਡ ਦੇ ਵਿੱਚ। ਨੈਕਸਟ ਕੀ ਹੈ, ਅਗਰ ਐਮਫੀਬੀਅਨ ਦਾ origin ਹੋ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਡੋਮੀਨੇਟ ਕਰਨਾ ਸੀ, ਤਾਂ ਗੋਲਡਨ ਏਜ ਆਫ ਐਮਫੀਬੀਅਨ ਕਿਹੜੇ ਵਾਲਾ, ਕਾਰਬੋਨੀਫੈਰਸ। ਗੋਲਡਨ ਏਜ ਆਫ ਐਮਫੀਬੀਅਨ। ਐਮਫੀਬੀਅਨ ਵਰ ਡੋਮੀਨੇਟ ਐਂਡ origin ਆਫ reptile। ਪਹਿਲਾਂ ਐਮਫੀਬੀਅਨ ਆਇਆ, ਐਮਫੀਬੀਅਨ ਤੋਂ ਹੀ ਅੱਗੇ ਕੀ ਬਣਿਆ, ਦੇਖੋ ਕੁਝ ਫਿਸ਼ਸ ਸੀਗੀਆਂ, ਫਿਸ਼ਸ ਜਿਹੜੀਆਂ ਫਿਸ਼ਸ ਦੇ ਵਿੱਚ ਮੋਡੀਫਿਕੇਸ਼ਨ ਹੋਈ
ਅੱਜ ਵੀ ਇੱਕ ਤਰ੍ਹਾਂ ਦੇ ਇੱਕ ਲਾਸਟ ਮਿਲੀ ਫਿਸ਼ ਬਹੁਤ ਮਤਲਬ 20 ਸੈਂਚੁਰੀ ਦੇ ਵਿੱਚ। ਉਹਦੇ ਫਿਸ਼ ਦੇ ਫਿਨ ਏਦਾਂ ਸੀ ਕਿ ਉਹ ਲੈਂਡ ਦੇ ਉੱਪਰ ਵੀ ਵਾਕ ਕਰ ਸਕਦੀ ਸੀ, ਲੈਂਡ ਦੇ ਉੱਪਰ ਵੀ ਵਾਕ ਕਰ ਸਕਦੀ ਸੀ। ਤਾਂ ਉਹ ਇੱਕ ਤਰ੍ਹਾਂ ਦੇ ਏਦਾਂ ਦੇ ਕਰੈਕਟਰ ਆਇਆ ਸੀ। ਉਹ ਫਿਸ਼ ਇੱਕ ਤਰ੍ਹਾਂ ਦੀ ਕੀ ਕਰ ਰਹੀ ਸੀ, ਐਮਫੀਬੀਅਨ ਐਂਡ ਫਿਸ਼ ਦੇ ਵਿੱਚ ਕੀ ਸੀ, ਲਿੰਕ ਸੀਗਾ ਇੱਕ ਤਰ੍ਹਾਂ ਦਾ, ਲੈਂਡ ਤੇ ਵਾਕ ਕਰ ਸਕਦੀ ਸੀ। ਔਰ ਉਸ ਤੋਂ ਬਾਅਦ ਵਿੱਚ ਕੀ ਹੋਇਆਗਾ, ਐਵੋਲੂਏਟ ਹੋ ਕੇ ਉਹ ਕੀ ਬਣ ਗਏ, ਐਮਫੀਬੀਅਨ। ਐਮਫੀਬੀਅਨ ਨੂੰ ਕੀ ਚਾਹੀਦਾ, ਉਹਨਾਂ ਦੀ ਮੋਸਟ ਸਕਿਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਨ ਦੀ ਲਾਈਟ ਨੂੰ ਇੰਨਾ ਜ਼ਿਆਦਾ ਨਹੀਂ ਲੈ ਸਕਦੇ। ਅਗਰ ਉਹਨਾਂ ਦੀ ਜਿਹੜੀ ਡਰਾਈ ਹੋ ਜਾਏਗੀ ਸਕਿਨ, ਤਾਂ ਉਹਨਾਂ ਨੂੰ ਵਾਪਿਸ ਪਾਣੀ ਦੇ ਵਿੱਚ ਆਉਣਾ ਪਏਗਾ। ਐਮਫੀਬੀਅਨ ਉਹ ਹੋਣਗੇ ਜਿਹੜੇ ਲੈਂਡ ਤੇ ਵੀ ਹੋਣਗੇ, ਰਹਿ ਸਕਦੇ ਆ, ਔਰ ਵਾਟਰ ਅੰਡਰ ਵਾਟਰ ਵੀ ਹੋਣਗੇ, ਅੰਡਰ ਵਾਟਰ। ਤਾਂ ਫਿਸ਼ਸ ਤੋਂ ਪਹਿਲਾਂ ਬਾਅਦ ਚ ਕੀ ਆਏਗਾ, ਐਮਫੀਬੀਅਨ। ਐਮਫੀਬੀਅਨ ਤੋਂ ਬਾਅਦ ਵਿੱਚ ਇਹਨਾਂ ਨੇ ਆਪਣੇ ਆਪ ਦੇ ਵਿੱਚ ਅਡੈਪਟੇਸ਼ਨ ਕੀਤੇ, ਤਾਂ ਫਿਰ ਕੀ ਬਣ ਗਿਆ, ਇਹ ਰੈਪਟਾਈਲ ਬਣ ਗਏ। ਰੈਪਟਾਈਲਸ ਹੁਣ ਕਿਹੜੇ ਵਾਲੇ ਆ, ਜਿਨ੍ਹਾਂ ਨੂੰ ਕੀ ਹੈ ਕਿ ਪਾਣੀ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਪੈਂਦੀ, ਔਰ ਜ਼ਮੀਨ ਦੇ ਉੱਪਰ ਹੀ ਰਹਿੰਦੇ ਆ। ਰੈਪਟਾਈਲ ਕਿੱਥੇ ਰਹਿਣਗੇ ਹੁਣ, ਇਕੱਲਾ ਲੈਂਡ ਤੇ। ਤਾਂ ਐਮਫੀਬੀਅਨ ਤੋਂ ਅੱਗੇ ਕੀ ਹੋ ਗਿਆ, ਇਹਦਾ ਮੋਡੀਫਿਕੇਸ਼ਨ ਹੋਈ, ਐਵੋਲਿਊਟ ਹੋਇਆ, ਤੇ ਐਵੋਲਿਊਟ ਹੋਣ ਤੋਂ ਬਾਅਦ ਵਿੱਚ ਇਹ ਕੀ ਬਣ ਗਿਆ, ਰੈਪਟਾਈਲ ਬਣ ਗਿਆ। ਤਾਂ ਕਿਹੜੇ ਵਾਲੇ ਪੇੜ ਸੀ, ਉਹ ਆਪਾਂ ਦੇਖਦੇ ਜਾਂਦੇ ਨਾਲ ਦੇ ਨਾਲ। ਕਾਰਬੋਨੀਫੈਰਸ ਜਦੋਂ ਐਮਫੀਬੀਅਨ ਹੋਏ, ਐਮਫੀਬੀਅਨ ਦਾ ਔਰ ਇੱਕ ਤਰ੍ਹਾਂ ਦਾ ਰੈਪਟਾਈਲ ਦਾ ਅੱਗੇ ਰੀਜਨ ਹੋ ਗਿਆ ਕਾਰਬੋਨੀਫੈਰਸ। ਨੈਕਸਟ ਆਪਣੇ ਕੋਲ ਪਰਮੀਅਨ। ਪਰਮੀਅਨ ਦੇ ਵਿੱਚ ਜਿਹੜੇ ਆਪਣੇ ਕੋਲ ਰੀਜਨ ਆਫ ਮੈਮਲ ਲਾਈਕ ਰੈਪਟਾਈਲ ਹੋ ਗਿਆ, ਫਸਟ ਜਿਮਨੋਸਪਰਮ। ਜਿਮਨੋਸਪਰਮ ਪੁੱਛ ਸਕਦੇ ਆ, ਕਿਉਂਕਿ ਹੁਣ ਪਲਾਂਟ ਦੀ ਗੱਲ ਨਾਲ ਆ ਗਈ ਹੈ। ਜਿਮਨੋਸਪਰਮ ਕਦੋਂ ਆਪਣੇ ਕੋਲ ਫਾਰਮ ਹੋਏ ਹੈ, ਪਰਮੀਅਨ ਸਟੇਜ ਦੇ ਵਿੱਚ। ਤਾਂ ਪਹਿਲੇ ਵਾਲੀ ਕਿਹੜੀ ਹੈਗੀ ਸੀ, ਫਸਟ ਗ੍ਰੇਟ ਜੀਓਲੋਜੀਕਲ ਰੈਵੋਲੂਸ਼ਨ ਸੀ, ਸੈਕੰਡ ਗ੍ਰੇਟ ਜੀਓਲੋਜੀਕਲ ਰੈਵੋਲੂਸ਼ਨ। ਫਿਰ ਅੱਗੇ ਨੈਕਸਟ ਆ ਗਈ ਆਪਣੇ ਕੋਲ ਐਪਲੇਚੀਅਨ ਰੈਵੋਲੂਸ਼ਨ। नेक्स्ट है रॉकी माउंटेन रेवोल्यूशन। और फोर्थ वाली अपने अपने को दे रखी है अर्थ जो अपने वाली हुई जियोलॉजिकल टाइम स्केल ਤੇ। ਔਰ ਇਹ ਸਾਰੀਆਂ ਆਪਾਂ ਦੇਖ ਰਹੇ ਕਿ ਕਿਤੇ ਕਿੱਦਾਂ ਰੈਵੋਲੂਸ਼ਨ ਹੋਈ। ਹੁਣ ਦੇਖੋ ਨੈਕਸਟ ਆਪਣੇ ਕੋਲ ਜਿਹੜੇ ਆ ਮੀਜ਼ੋਜ਼ੋਇਕ। ਮੀਜ਼ੋਜ਼ੋਇਕ ਦੇ ਵਿੱਚ ਦੇਖੋ ਏਜ ਆਫ ਰੈਪਟਾਈਲ ਲਿਖ ਰੱਖਿਆ। ਰੈਪਟਾਈਲ ਹੋਏ ਕਦੋਂ ਸੀ, ਕਾਰਬੋਨੀਫੈਰਸ ਦੇ ਵਿੱਚ ਰੈਪਟਾਈਲ ਦਾ ਓਰੀਜਨ ਹੋਇਆ। ਹੁਣ ਏਜ ਆਫ ਰੈਪਟਾਈਲ, ਰੈਪਟਾਈਲ ਨੇ ਅੱਗੇ ਮੋਡੀਫਾਈ ਕਰ ਲਏ। ਜਿਹੜੇ ਆਪਾਂ ਡਾਇਨਾਸੋਰਸ ਦੀ ਗੱਲ ਕਰੀ ਆ, ਇਹ ਇੱਕ ਤਰ੍ਹਾਂ ਰੈਪਟਾਈਲ ਹੀ ਸੀਗੇ। ਡਾਇਨਾਸੋਰਸ ਕੀ ਸੀਗੇ, ਇੱਕ ਤਰ੍ਹਾਂ ਦੇ ਰੈਪਟਾਈਲ ਹੀ ਆ। ਟ੍ਰਾਈਸਿਕ, ਟ੍ਰਾਈਸਿਕ ਕਿਹੜੇ ਵਾਲਾ, ਰੀਜਨ ਆਫ ਡਾਇਨਾਸੋਰ ਐਂਡ ਓਵੀਪਰਸ ਮੈਮਲ। ਓਵੀਪਰਸ ਮੈਮਲ ਕਿਹੜੇ ਵਾਲੇ ਆ, ਜਿਹੜੇ ਅੰਡਾ ਦੇ ਕੇ ਨਿਊ ਬੇਬੀ ਨੂੰ ਜਨਮ ਦਿੰਦੇ ਆ। ਔਰ ਡਾਇਨਾਸੋਰ ਦਾ ਓਰੀਜਨ ਕਿੱਥੋਂ ਹੋਇਆ, ਟ੍ਰਾਈਸਿਕ ਰੀਜਨ ਦੇ ਵਿੱਚ। ਔਰ ਜੁਰਾਸਿਕ ਰੀਜਨ ਦੇ ਵਿੱਚ ਕਿਹੜੇ ਵਾਲਾ, ਕਿ ਜਦੋਂ ਡਾਇਨਾਸੋਰ ਦੀ ਜਿਹੜੀ ਅਰਥ ਦੇ ਉੱਪਰ ਕੀ ਸੀਗਾ, ਇੱਕ ਤਾਂ এনवायरमेंट ਸੂਟ ਕਰ ਰਿਹਾ ਸੀ, ਔਰ ਡਾਇਨਾਸੋਰ ਬਹੁਤ ਜ਼ਿਆਦਾ ਹੋ ਗਏ ਸੀ ਅਰਥ ਦੇ ਉੱਪਰ। ਗੋਲਡਨ ਏਜ ਆਫ ਡਾਇਨਾਸੋਰ ਅਗਰ ਗੱਲ ਕਰਾਂਗੇ ਤਾਂ ਕਿਹੜੇ ਵਾਲੇ, ਜੁਰਾਸਿਕ। ਇਹਨਾਂ ਦਾ ਪੀਰੀਅਡ ਐਰਾ ਕਿਹੜੇ ਵਾਲਾ ਸੀ, ਮੀਜ਼ੋਜ਼ੋਇਕ। ਔਰ ਇਹ ਸਭ ਤੋਂ ਪਹਿਲਾਂ ਓਰੀਜਿਨੇਟ ਕਦੋਂ ਹੋਇਆ, ਟ੍ਰਾਈਸਿਕ ਪੀਰੀਅਡ ਦੇ ਵਿੱਚ। ਟ੍ਰਾਈਸਿਕ ਦੀ ਗੱਲ ਕਰੀ ਤਾਂ ਆਪਣੇ ਕੋਲ ਡਾਇਨਾਸੋਰ ਦਾ ਓਰੀਜਨ ਹੋਇਆ। ਔਰ ਜੁਰਾਸਿਕ ਦੇ ਵਿੱਚ 골ਡਨ ਏਜ ਹੈ, ਡੋਮੀਨੈਂਸ ਆਫ ਡਾਇਨਾਸੋਰ ਐਂਡ ਓਰੀਜਨ ਆਫ ਫਸਟ ਟੂਥਡ ਬਰਡ। ਆਪਾਂ ਟੂਥਡ ਬਰਡ ਦੀ ਉਹੀ ਗੱਲ ਕਰ ਰਹੇ ਹਾਂ, ਆਰਕਿਓਪਟੈਰਿਸ ਦੀ ਗੱਲ ਕਰ ਰਹੇ ਹਾਂ। ਟੂਥਡ ਬਰਡ ਕਿਹੜੇ ਵਾਲਾ ਹੈ ਆਪਣੇ ਕੋਲ, ਆਰਕਿਓਪਟੈਰਿਕਸ। ਆਰਕਿਓਪਟੈਰਿਕਸ ਜਿਹੜਾ ਇਹ ਉਹ ਵਾਲਾ ਬਰਡ ਹੈ ਜਿਹੜਾ ਲਿੰਕ ਕਰ ਰਿਹਾ ਬਰਡਸ ਐਂਡ ਉਹਦੇ ਵਿੱਚ। ਟੂਥਡ ਬਰਡ ਆਇਆ, ਬੀਕ ਨਹੀਂ ਹੈ, ਇਹ ਦੇਖ ਲਿਓ। ਇਹ ਕਦੋਂ ਆ ਰਿਹਾ ਆਪਣੇ ਕੋਲ, ਜੁਰਾਸਿਕ ਪੀਰੀਅਡ ਦੇ ਵਿੱਚ, ਜਦੋਂ ਐਮਫੀਬੀਅਨ ਆਪਣੇ ਕੋਲ ਰੈਪਟਾਈਲ ਚੱਲ ਰਹੇ ਆ। ਨੈਕਸਟ ਹੈ ਕਰਸਟੇਸ਼ੀਅਸ। ਕਰਸਟੇਸ਼ੀਅਸ ਦੇ ਵਿੱਚ ਕੀ ਹੈ, extinction of dinosaurs and archaeopteryx, origin of primitive placental mammal, modern birds, angiosperm also appear। ਤਾਂ ਇਹ ਸਾਰੀ ਚੀਜ਼ਾਂ ਕਿਹਦੇ ਚ ਆਪਣੇ ਵਾਲੇ, ਕਰਸਟੇਸ਼ੀਅਨ ਜਿਹੜਾ ਪੀਰੀਅਡ ਹੈ, ਡਾਇਨਾਸੋਰ ਐਕਸਟਿੰਕਟ ਹੋ ਗਿਆ, ਆਰਕਿਓਪਟੈਰਿਕਸ origin of extinction of dinosaur ਆਰਕਿਓਪਟੈਰਿਕਸ। ਆਰਕਿਓਪਟੈਰਿਕਸ ਜਿਹੜਾ ਉਸਦਾ ਵੀ ਐਕਸਟਿੰਕਸ਼ਨ ਹੋ ਚੁੱਕਿਆ ਉੱਪਰ ਦੋਨੋਂ ਵਾਲਿਆਂ ਦਾ। ਓਰੀਜਨ ਹੋ ਗਿਆ ਪ੍ਰਾਇਮੇਟਿਵ ਪਲੇਸੈਂਟਲ ਮੈਮਲ। ਪਲੇਸੈਂਟਲ ਮੈਮਲ ਦਾ ਓਰੀਜਨ ਕਿਹੜੇ ਵਾਲਾ, ਕਰਸਟੇਸ਼ੀਅਨ ਦੇ ਵਿੱਚ ਹੈ।
ਮੋਡਰਨ ਬਰਡਸ ਵੀ ਕਿਤੇ ਚਾਹੇ ਕਰਸਟੇਸ਼ੀਅਨ ਦੇ ਵਿੱਚ, ਐਂਡ ਐਂਜੀਓਸਪਰਮ ਆਲਸੋ ਅਪੀਅਰ। ਐਂਜੀਓਸਪਰਮ ਵੀ ਜਿਹੜੇ ਆਏ ਕਰਸਟੇਸ਼ੀਅਨ ਦੇ ਵਿੱਚ, ਔਰ ਜਿਮਨੋਸਪਰਮ ਪੁੱਛਣਗੇ ਤਾਂ ਪਰਮੀਅਨ। ਪਰਮੀਅਨ ਪੈਲੋਜ਼ੋਇਕ ਦਾ ਲਾਸਟ ਪੀਰੀਅਡ ਸੀ, ਔਰ ਜਿਹੜਾ ਕਰਸਟੇਸ਼ੀਅਸ ਹੈ ਇਹ ਕਿਹਦੇ ਵਾਲਾ ਮੀਜ਼ੋਜ਼ੋਇਕ ਦਾ ਲਾਸਟ ਵਾਲਾ ਪੀਰੀਅਡ ਚੱਲ ਰਿਹਾ, ਜਿਹਦੇ ਚ ਡਾਇਨਾਸੌਰ ਐਕਸਟਿੰਕਟ ਹੋ ਗਿਆ, ਆਰਕੇਪਟੈਰਿਕਸ ਵੀ ਐਕਸਟਿੰਕਟ ਹੋ ਗਿਆ, ਔਰ ਪ੍ਰੈਜ਼ੈਂਟਲ ਮੈਮਲ ਆ ਗਿਆ, ਐਂਜੀਓਸਪਰਮ ਆ ਗਿਆ। ਮਤਲਬ ਇੱਕ ਐਰਾ ਹੀ ਗੈਪ ਹੈਗਾ, ਜਿਮਨੋਸਪਰਮ ਪਹਿਲਾਂ ਆਇਆ ਔਰ ਐਂਜੀਓਸਪਰਮ ਦੇ ਵਿੱਚ ਕੀ ਹੈ, ਇੱਕ ਐਰੇ ਦਾ ਗੈਪ ਹੈ। ਪੈਲੋਜ਼ੋਇਕ ਦੇ ਐਂਡ ਤੇ ਕਿਹੜੇ ਵਾਲਾ ਆਇਆ ਸੀ, ਜਿਮਨੋਸਪਰਮ, ਔਰ ਮੀਜ਼ੋਜ਼ੋਇਕ ਦੇ ਐਂਡ ਤੇ ਐਂਜੀਓਸਪਰਮ। ਤੇ ਲਾਸਟ ਵਾਲਾ ਹੈ ਕੋਨੋਜ਼ੋਇਕ। ਕੋਨੋਜ਼ੋਇਕ ਏਜ ਆਫ ਬਰਡਸ, ਮੈਮਲ ਐਂਡ ਐਂਜੀਓਸਪਰਮ। ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਇਵੋਲਵ ਹੋਈਆਂ ਉਹ ਇੱਕ ਫੁੱਲੀ ਡਿਵੈਲਪ ਹੋ ਗਈਆਂ। ਇਸ ਦੇ ਵਿੱਚ ਪਹਿਲਾਂ ਟਰਸ਼ਰੀ ਸਟੇਜ ਹੈ, ਔਰ ਨੈਕਸਟ ਵਾਲੀ ਕੁਆਟਰਨਰੀ ਸਟੇਜ। ਕੁਆਟਰਨਰੀ ਸਟੇਜ ਆਪਾਂ ਹੁਣੇ ਜਿੱਦਾਂ ਲਾਸਟ ਕਰਕੇ ਆਏ ਹਾਂ ਕਿ ਟਰਸ਼ਰੀ ਸਟੇਜ ਐਂਡ ਕੁਆਟਰਨਰੀ ਸਟੇਜ, ਆਹ ਵਾਲੇ ਆਪਾਂ ਪੀਰੀਅਡ ਇੱਥੇ ਹੀ ਪੁੱਛ ਕੀਤੇ ਸੀਗੇ। ਪੈਲੋਸੀਨ ਜੋ ਆਪਾਂ ਹੋਰਸ ਦੀ ਐਵੋਲੂਸ਼ਨ ਕਰਕੇ ਆਏ ਹਾਂ, ਤਾਂ ਪੈਲੋਸੀਨ ਰੀਜਨ ਆਫ ਪ੍ਰਾਈਮਾਈਟਸ, ओसीन, ईओहिपस अपीयर्ड, फिर लिगोसिन, एंथ्रोपोड, एपिस वर्ल्ड फ्रॉम मोंकी, राइज ऑफ ए मोनोकोट। मोनोकोट भी एंजियोस्पर्म ਦੀ ਹੀ ਇੱਕ ਕੁਆਟੀ ਹੈ। ਐਂਜੀਓਸਪਰਮ ਦੇ ਮੋਨੋਕੋਟ ਕਿਹੜੇ ਵਾਲੇ ਹੋਣਗੇ, ਜਿਨ੍ਹਾਂ ਦੇ ਬੀਜ ਦੋ ਹਾਫ ਦੇ ਵਿੱਚ ਡਿਵਾਈਡ ਨਹੀਂ ਹੁੰਦੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਮੋਨੋਕੋਟ। ਲਾਈਕ ਆਪਣੇ ਮੇਜ਼ ਹੈ, ਮੇਜ਼ ਦਾ ਜਿਹੜਾ ਬੀਜ ਹੈ ਉਹ ਦੋ ਇਕੁਅਲ ਹਾਫ ਦੇ ਵਿੱਚ ਡਿਵਾਈਡ ਨਹੀਂ ਹੁੰਦਾ। ਔਰ ਸੈਕਿੰਡ ਟਾਈਮ ਅਗਰ ਆਪਾਂ ਗੱਲ ਕਰਦੇ ਆਪਣੇ ਕੋਲ ਚਨੇ ਜਿਹੜੇ ਹੁੰਦੇ ਆ, ਤੇ ਚਨੇ ਦੇ ਜਿਹੜੇ ਦੇਖੋਗੇ ਤੁਸੀਂ ਦੋ ਇਕੁਅਲ ਹਾਫ ਹੋ ਜਾਂਦੇ ਆ, ਜਾਂ ਫਿਰ ਪਲਸਸ ਹੁੰਦੀਆਂ। ਮੂੰਗ ਹੈ ਤਾਂ ਮੂੰਗ ਵੀ ਕੀ ਹੁੰਦੀ, ਦੋ ਇਕੁਅਲ ਹਾਫ ਦੇ ਵਿੱਚ ਡਿਵਾਈਡ ਹੋ ਜਾਂਦੀਆਂ, ਤਾਂ ਉਹ ਕਿਹੜੇ ਹੁੰਦੇ, ਉਹ ਡਾਈਕੋਟ ਹੋਣਗੇ। ਲੇਕਿਨ ਜਿਨ੍ਹਾਂ ਦੇ ਦੋ ਇਕੁਅਲ ਹਾਫ ਦੇ ਵਿੱਚ ਡਿਵਾਈਡ ਨਹੀਂ ਹੁੰਦੇਗੇ, ਤਾਂ ਉਹ ਵਾਲੇ ਕਿਹੜੇ ਹੁੰਦੇ, ਮੋਨੋਕੋਟ। ਦ ਰਾਈਜ਼ ਆਫ ਮੋਨੋਕੋਟ, ਐਂਥੋਪੋਡ, ਐਪਿਸ ਵੋਰਡ ਫਰੋਮ ਮੌਂਕੀ। ਦੇਖੋ ਮੌਂਕੀ ਤੋਂ ਕਿਹੜੇ ਕਿਹੜੇ ਬਣੇ ਆ, ਆਰਥੋਪੋਡ ਵੀ ਮੌਂਕੀ ਤੋਂ ਆਇਆ, एपिस evolved from monkey। नेक्स्ट दे रखा मियोसिन और प्लियोसिन। प्लियोसिन ਦੇ ਵਿੱਚ ਕੀ ਹੈ, ਐਪ ਲਾਈਕ ancestor of a human appeared। ਐਪ ਲਾਈਕ ancestor of human appeared ਹੋ ਗਿਆ। ਔਰ ਲਾਸਟ ਕੁਆਟਰਨਰੀ ਜਿਹੜੀ ਪੀਰੀਅਡ ਹੈਗਾ ਆਪਣੇ ਕੋਲ ਕੌਨਜ਼ੋਇਕ ਦਾ, ਉਸ ਦੇ ਵਿੱਚ ਮਾਡਰਨ ਮੈਂਟਲ ਏਜ ਔਰ ਸੁਪਰਮੈਸੀ ਆਫ ਮੈਨ ਪੂਰੀ ਤਰ੍ਹਾਂ ਇਵੋਲਵਡ ਹੋ ਗਿਆ। ਜੋ ਅੱਜ ਮਾਡਰਨ ਮੈਨ ਹੈ ਉਹ ਕਿਹੜੇ ਵਾਲੇ ਪੀਰੀਅਡ ਦੇ ਵਿੱਚ ਆਇਆ ਸੀਗਾ, ਹੈਲੋਸੀਨ ਦੇ ਵਿੱਚ। ਏਜ ਆਫ ਮੈਨ ਕਿਹੜੇ ਵਾਲੀ ਹੈ ਆਪਣੇ ਕੋਲ, ਹੈਲੋਸੀਨ। ਇੱਥੇ ਮੈਂਟਲ ਏਜ ਐਂਡ ਸੁਪਰਮੈਸੀ ਆਫ ਮੈਨ ਉਹ ਐਗਜ਼ਿਸਟ ਕਰ ਗਿਆ ਹੈਲੋਸੀਨ ਦੇ ਵਿੱਚ। ਹਿਊਮਨ ਅਪੀਅਰਡ ਕਦੋਂ ਹੋਇਆ, ਪਲੀਸਟੋਸੀਨ ਦੇ ਵਿੱਚ। ਆਈਸ ਏਜ ਜਿਹੜੀ ਹਿਊਮਨ ਅਪੀਅਰਡ, ਸੋਸ਼ਲ ਲਾਈਫ ਆਫ ਅ ਹਿਊਮਨ ਸਟਾਰਟਡ ਕਦੋਂ ਹੋਈ ਹੈ, ਪਲੀਸਟੋਸੀਨ ਦੇ ਵਿੱਚ। ਯਾਦ ਰੱਖਣਾ ਹਿਊਮਨ ਜਿਹੜੀ ਹੈਗੀ ਆ ਉਸਦੀ ਜਿਹੜੀ ਸੋਸ਼ਲ ਲਾਈਫ ਕਦੋਂ ਸਟਾਰਟ ਹੋਈ ਹੈ, ਪਲੀਸਟੋਸੀਨ ਦੇ ਵਿੱਚ। ਔਰ ਮੈਂਟਲ ਏਜ ਕਦੋਂ ਹੈ, ਜੋ ਅੱਜ ਦਾ ਮਾਡਰਨ ਆਪਾਂ ਗੱਲ ਕਰਦੇ ਹਾਂ, ਇਹ ਕਿਹੜੇ ਵਾਲੀ ਹੈ, ਹੋਲੋਸੀਨ ਦੇ ਵਿੱਚ, ਕੁਆਟਰਨਰੀ ਪੀਰੀਅਡ ਜਿਹੜਾ। ਤੇ ਸਾਰੇ ਸੀ ਐਵੋਲੂਸ਼ਨ ਜਿਹੜੀ ਹੋਈ ਹੈ, ਤੇ ਇਹ ਸਾਰਾ ਡਾਊਨ ਸਾਈਡ ਤੋਂ ਅਪਰ ਦੀ ओर ਚੱਲਿਆ ਸਾਰਾ ਪੀਰੀਅਡ। ਅਜੋਇਕ, ਆਰਕੋਜ਼ੋਇਕ, प्रोटरोजोइक, पैलेजोइक, मेसोजोइक, कॉन्जोजोइक। और इम्पोर्टेंट जो क्वेश्चन आ सकते हैं ऑर्डोविशियन और डेवनियन पीरियड, ये पूछ सकते हैं कि फिशेस कदों आईਆਂ। फस्ट फिशेस ਦੀ ਗੱਲ ਕਰਦੇ ਤੇ ਕਿਹੜੇ ਵਾ, ऑर्डोवियन, क्योंकि ਜ਼ਿਆਦਾ ਫਿਸ਼ेस ਆ ਚੁੱਕੀਆਂ ਸੀ। डेवनियन पीरियड ਉਹ ਹੈ ਜਦੋਂ 골ਡਨ ਏਜ ਹੈ ਫਿਸ਼ेस ਦੀ। ਕਾਰਬੋਨੀਫੈਰਸ ਕੀ ਹੈ, ਐਮਫੀਬੀਅਨ ਆਇਆ। ਐਮਫੀਬੀਅਮ ਦੀ ਕੀ ਹੋ ਗਈ ਹੈ, ਏਜ ਹੈ ਪੂਰੀ, ਔਰ ਪੂਰੇ ਨੰਬਰ ਦੇ ਵਿੱਚ ਡੋਮੀਨੇਟ ਕਰ ਰਿਹਾ ਅਰਥ ਦੇ ਉੱਪਰ। ਡੈਮਨਿਨ ਪੀਰੀਅਡ ਦੇ ਵਿੱਚ ਐਮਫੀਬੀਅਨ ਆ ਚੁੱਕੇ, ਲੇਕਿਨ ਉਸ ਦੀ 골ਡਨ ਏਜ ਕਿਹੜੀ ਹੈ, ਕਾਰਬੋਨੀਫੈਰਸ। ਔਰ ਪਰਮੀਅਨ ਦੇ ਵਿੱਚ ਕੀ ਹੋਏਗਾ ਆਪਣੇ ਕੋਲ, ਜਿਮਨੋਸਪਰਮ ਆ ਗਿਆ। ਔਰ ਕਾਰਬੋਨੀਫੈਰਸ ਦੇ ਵਿੱਚ ਕੀ ਹੈ, ਰੈਪਟਾਈਲ ਆਇਆ। ਇੱਕ ਦੀ 골ਡਨ ਏਜ ਚਲਦੀ ਹੈ, ਦੂਸਰੇ ਵਾਲੀ ਸਪੀਸੀਜ਼ ਨਾਲ ਐਗਜ਼ਿਸਟ ਕਰ ਰਹੀ ਹੈ, ਉਸਦਾ ਓਰੀਜਨ ਹੋ ਰਿਹਾ। ਤਾਂ ਮੇਸੋਜ਼ੋਇਕ ਦੇ ਵਿੱਚ ਤੁਸੀਂ ਯਾਦ ਹੈ ਟ੍ਰਾਈਸਿਕ ਡਾਇਨਾਸੌਰ ਦਾ ਓਰੀਜਨ ਹੋਇਆ। ਜੁਰੈਸਿਕ ਦੇ ਵਿੱਚ 골ਡਨ ਏਜ ਹੈ ਉਹਨਾਂ ਦੀ, ਔਰ ਕ੍ਰੈਟੇਸ਼ੀਅਸ ਦੇ ਵਿੱਚੋਂ ਕੀ ਐਕਸਟਿੰਕਟ ਹੋ ਗਿਆ, ਉੱਥੇ ਐਂਜੀਓਸਪਰਮ ਪੈਦਾ ਹੋਣੇ ਸ਼ੁਰੂ ਹੋ ਗਏ, ਜਾਂ ਫਿਰ ਅਦਰ ਆਰਗੇਨਿਜ਼ਮ। ਤਾਂ ਇਹ ਸੀ ਸਾਰੇ ਦਾ ਸਾਰੇ ਐਰੇ ਔਰ ਪੀਰੀਅਡ ਜੋ ਜੋ ਡਿਫਰੈਂਟ ਅਰਥ ਦੇ ਉੱਪਰ ਹੁਣ ਤੱਕ ਚੱਲੇ ਆ, ਜੋ ਐਵੋਲਿਊਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ।
ਅੱਜ ਦੀ ਕਲਾਸ 'ਚ ਇੰਨਾ ਹੀ। ਨੈਕਸਟ ਕਲਾਸ ਆਪਾਂ ਨੈਕਸਟ ਟਮੋਰੋ ਲਾਂਗੇ। ਥੈਂਕ ਯੂ।